ਕਾਲ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਅੱਜ ਸ਼ਨਿਚਰਵਾਰ ਸਵੇਰ ਨੂੰ ਸਾਡਾ ਜਿਹੜਾ ਸਪੈਸ਼ਲ ਟਰੱਕਿੰਗ ਦਾ ਸ਼ੋਅ ਹੁੰਦਾ ਆ ਉਹਦੇ ਵਿੱਚ ਜਿੰਨੇ ਵੀ ਹਾਜ਼ਰ ਹੋਏ ਆ ਸਾਰੇ ਹੀ ਸਾਡੇ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰਾਇਡ ਦੇ ਰਾਹੀਂ ਨਾਲ ਦੀ ਨਾਲ ਟੈਲੀਫੋਨ ਦੇ ਰਾਹੀਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਸਾਡੇ ਨਾਲ ਰਾਜਕਨਵੀਰ ਸਿੰਘ ਜੀ ਕਾਫੀ ਦਿਨਾਂ ਬਾਅਦ ਆਏ ਆ ਤੇ ਮੈਂ ਇਹਨੂੰ ਦੱਸਿਆ ਵੀ ਜਿਹੜੀ ELD ਉਹ ਟਰੱਕ ਡਰਾਈਵਰਾਂ ਤੇ ਨਹੀਂ ਲੱਗੀ ਸਾਡੇ ਤੇ ਨਹੀਂ ਲੱਗੀ ਹੈਗੀ ਸੋ ਇਸ ਕਰਕੇ ਆਉਣਾ ਹੀ ਪੈਣਾ ਜੀ ਜੀ। ਚਲੋ ਕੋਈ ਗੱਲ ਨਹੀਂ ਜੀ, ਕਦੀ ਕਦੀ ਜਿਹੜੀ ਵਿੱਚ ਛੁੱਟੀ ਜਿਹੜੀ ਉਹ ਲੈ ਲਈਦੀ ਆ ਤੇ ਪਰ ਕੋਈ ਨਹੀਂ, ਚਲੋ ਆਪਾਂ ਤੁਹਾਡੇ ਨਾਲ ਜਿਹੜੇ ਜ਼ਰੂਰ ਮਿਲਿਆ ਕਰਾਂਗੇ ਤੇ ELD ਦਾ ਵੀ ਸੋਲੂਸ਼ਨ ਜਿਹੜੇ ਬੜੇ ਆਪਣੇ ਕੋਲ ਮੌਜੂਦ ਨੇ। ਤੁਸੀਂ ਐਡ ਉਹਨਾਂ ਦੀਆਂ ਵੀ ਜਿਹੜੀਆਂ ਐਡਸ ਤੁਸੀਂ ਸੁਣਦੇ ਹੀ ਰਹਿੰਦੇ ਹੋ ਤੇ ਜ਼ਰੂਰ ਕਿਉਂਕਿ ਇਹ ਹੁਣ ਜਦੋਂ ਲੱਗ ਚੁੱਕੀ ਆ ਤੇ ਸਾਰਿਆਂ ਨੂੰ ਵਰਤਣੀ ਹੀ ਜਿਹੜੀ ਉਹ ਪੈਣੀ ਆ। ਉਹ 1 ਅਪ੍ਰੈਲ ਜਿਹੜਾ 31 ਮਾਰਚ ਤੱਕ ਦਾ ਸਮਾਂ ਸਾਰਿਆਂ ਨੂੰ ਦਿੱਤਾ ਹੈ, ਪਰ ਕਈਆਂ ਨੂੰ ਕਈ ਤਰੀਕੇ ਦੀਆਂ ਵੱਖ-ਵੱਖ ਟਿਕਟਾਂ ਜਿਹੜੀਆਂ ਆ ਉਹ ਮਿਲੀ ਜਾ ਰਹੀਆਂ, ਕਿਸੇ ਨੂੰ ਵਾਰਨਿੰਗਸ ਜਿਹੜੀਆਂ ਉਹ ਮਿਲ ਰਹੀਆਂ ਨੇ, ਬਹੁਤ ਕੁਛ ਜਿਹੜਾ ਚੱਲ ਰਿਹਾ ਆ। ਤੇ ਅਪ੍ਰੈਲ ਤੋਂ ਬਾਅਦ ਦੇ ਵਿੱਚ ਮੈਨੂੰ ਲੱਗਦਾ ਸਰਗਰਮੀ ਥੋੜੀ ਇਹਦੀ ਜਿਹੜੀ ਜ਼ਿਆਦਾ ਜਿਹੜੀ ਉਹ ਵੱਧ ਜਾਣੀ ਆ। ਬਹੁਤ ਆਪਣੇ ਬੰਦੇ ਨੇ ਵੀ ਹੋਰ ਕਈ ਜਿਹੜੇ ਉਹਨਾਂ ਨੇ ਜ਼ੋਰ ਲਾਇਆ, ਪਰ ਇਸ ਦਾ ਕਹਿ ਲਓ ਵੀ ਇਸ ਤੋਂ ਪਿੱਛੇ ਜਿਹੜੀ ਆ ਉਹ ਗੱਲ ਮੁੜੀ ਨਹੀਂ। ਪਰ ਆਉਣ ਵਾਲਾ ਸਮਾਂ ਆ, ਸਮੇਂ ਦੇ ਵਿੱਚ ਸੈਨੇਟਰਸ ਦੇ ਨਾਲ ਗੱਲਬਾਤ ਕਰੋ ਜਾਂ FMCSA ਦੇ ਨਾਲ ਗੱਲ ਕਰਕੇ ਜਿੱਦਾਂ ਦੇ ਵੀ ਜਿਹੜੇ ਵੀ ਸੇਫਟੀ ਵਾਲੇ ਰੂਲਸ ਆ ਉਹਦੇ ਅਨੁਸਾਰ ਜਿਹੜੇ ਸਾਰਿਆਂ ਦੀ ਰਾਏ ਕਰਕੇ ਜਿਹੜੀ ਲੈ ਕੇ ਜਿਹੜੇ ਜ਼ਰੂਰ ਬਦਲੇ ਵੀ ਜਾਂਦੇ ਨੇ, ਤਬਦੀਲ ਹੁੰਦੇ ਰਹੇ ਨੇ। ਹੁਣ ਇਹ ਵੀ ਲਾਗੂ ਹੋਇਆ ਆ ਤੇ ਕੁਝ ਹੋਰ ਵੀ ਜਿਹੜਾ ਲਾਗੂ ਹੋ ਸਕਦਾ ਹੈ ਜਾਂ ਹਟਾਇਆ ਜਾ ਸਕਦਾ ਹੁੰਦਾ ਹੈ। ਤੇ ਜੇ ਆਪਾਂ ਖਬਰਾਂ ਲਾਈਏ ਰਾਜਕਨਵੀਰ ਸਿੰਘ ਜੀ ਕਹਿੰਦੇ ਜਿਹੜੇ ਸਪੈਂਡਿੰਗ ਆ ਟਰੱਕਿੰਗ ਸਰਵਿਸਿਜ਼ ਦੀ ਜਿਹੜੀ ਆ ਚੌਥੇ ਕੁਆਟਰ ਦੇ ਵਿੱਚ ਜਿਹੜਾ ਲਾਸਟ 2017 ਦਾ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਜੰਪ ਹੋਈ ਹੈਗੀ ਆ, ਕਾਫੀ ਵਾਧਾ ਜਿਹੜਾ ਉਸ ਦੇ ਵਿੱਚ ਬਿਲਕੁਲ ਜਿਹੜਾ ਦੇਖਿਆ। ਕਹਿੰਦੇ ਮਿਨੀਐਪੋਲਿਸ ਦੇ ਇੱਕ ਬੈਂਕ ਨੇ ਜਿਹੜਾ ਇਹ ਯੂਜ਼ਰ ਡਾਟਾ ਜਿਹੜਾ ਕੀਤਾ ਉਸ ਦੇ ਵਿੱਚ $23 ਬਿਲੀਅਨ ਦੀ ਜਿਹੜੀ ਫਰੇਟ ਪੇਮੈਂਟਸ ਜਿਹੜੀਆਂ ਉਹਨਾਂ ਨੇ ਮੋਨੀਟਰ ਕੀਤੀਆਂ ਵੀ ਉਹ ਹੋਈਆਂ, ਜਿਹੜੀਆਂ ਲਾਰਜ ਕਾਰਪੋਰੇਸ਼ਨ ਤੇ ਗਵਰਨਮੈਂਟ ਏਜੰਸੀਜ਼ ਨੂੰ ਜਿਹੜੇ ਉਹਨਾਂ ਨੇ ਦੇਖਿਆ। 2 ਵੱਖਰੇ ਜਿਹੜੇ ਇੰਡੈਕਸਿਸ ਦੇ ਜ਼ਰੀਏ ਉਹਨਾਂ ਨੇ ਇਹ ਪਤਾ ਕੀਤਾ ਸੀਗਾ। ਸੋ ਬਿਲਕੁਲ ਇਸੇ ਤਰ੍ਹਾਂ ਜਿਹੜੇ ਨੈਸ਼ਨਲ ਸਪੈਂਡਿੰਗ ਇੰਡੈਕਸ ਹੈਗਾ ਆ ਉਹਨਾਂ ਨੇ ਕਹਿੰਦੇ ਜਿਹਦੀ ਵੈਲਿਊ 185.2 ਆ ਐਟ ਦਾ ਐਂਡ ਆਫ ਜਿਹੜੀ 4th ਕੁਆਟਰ ਸੀ ਉਹ ਲਗਭਗ 12.5% ਰਾਈਜ਼ ਹੋਈ ਆ ਤੀਜੇ ਕੁਆਟਰ ਨਾਲੋਂ। ਤੇ ਇਸੇ ਤਰ੍ਹਾਂ ਜਿਹੜਾ ਜੰਪ ਇਹ ਕਹਿੰਦੇ ਵੀ ਨੀਅਰਲੀ 25% ਹੈਗਾ ਆ 4th ਕੁਆਟਰ ਦਾ 1 ਸਾਲ ਪਹਿਲਾਂ ਨਾਲੋਂ। ਸੋ ਜਿਹੜਾ ਦੋਨੋਂ ਹੀ ਜਿਹੜੇ ਕਹਿੰਦੇ ਇਨਕਰੀਜ਼ਸ ਹੈਗੇ ਆ ਇਹ ਰੈਕਡ ਮੂਵ ਜਿਹੜੇ ਰਿਪਰੈਜ਼ੈਂਟ ਕਰਦੇ ਆ ਲਗਭਗ ਜੇ 2010 ਤੱਕ ਚਲੇ ਜਾਈਏ। ਬਿਲਕੁਲ। ਸੋ ਕਾਫੀ ਜਿਹੜਾ ਇੱਕ ਹਿਸਾਬ ਦੇ ਨਾਲ ਵਾਧਾ ਜਿਹੜਾ ਉਹ ਦੇਖਿਆ ਜਾ ਸਕਦਾ ਆ। ਸੋ ਤੀਜੇ ਕੁਆਟਰ ਤੋਂ ਚੌਥੇ ਕੁਆਟਰ ਦੇ ਦਰਮਿਆਨ ਜਿਹੜਾ ਟੋਟਲ 25% ਤੇ ਜੇ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ 12.5% ਇਨਕਰੀਜ਼ ਹੋਣਾ ਬਹੁਤ ਜਿਹੜੀ ਇੱਕ ਵੱਡੀ ਗੱਲ ਦੇਖੀ ਗਈ ਆ। ਉਧਰ ਜਿਹੜਾ ਨੈਸ਼ਨਲ ਸ਼ਿਪਮੈਂਟ ਇੰਡੈਕਸ ਆ ਉਹ ਵੀ 1.6% ਜਿਹੜਾ ਚੌਥੇ ਕੁਆਟਰ ਦੇ ਵਿੱਚ ਵਧਿਆ, ਜਿਸ ਦੀ ਵੈਲਿਊ ਹੁਣ ਵੱਧ ਕੇ 135.2 ਹੋ ਗਈ। ਬਹੁਤ ਸਾਰੇ ਪੁੱਛਦੇ ਹੋਣਗੇ ਵੀ ਇਹ ਕੀ ਮਤਲਬ ਹੈ। ਜਿੱਦਾਂ ਆਪਾਂ ਡਾਓ ਜੋਨਸ ਜਾਂ ਹੋਰ ਜਿਹੜੇ ਵੱਖਰੇ ਇੰਡੈਕਸ ਦੇਖਦੇ ਉਹਨਾਂ ਦੇ ਜਿਹੜੇ ਇੱਕ ਨੰਬਰ ਹੁੰਦੇ ਆ। ਸੋ ਬੇਸਿਕਲੀ ਮਾਰਕੀਟ ਦੀ ਸਟੇਬਿਲਿਟੀ ਜਾਂ ਮਾਰਕੀਟ ਦੇ ਵਿੱਚ ਕਿੰਨਾ ਪੈਸਾ ਇਨਵੈਸਟ ਹੋ ਰਿਹਾ ਜਾਂ ਕਿੰਨਾ ਜ਼ਿਆਦਾ ਜਿਹੜੇ ਲੋਕ ਆ ਉਸ ਦੇ ਵਿੱਚ ਡਾਲਰ ਪਾ ਰਹੇ ਨੇ, ਉਹ ਇੱਕ ਇਹ ਤੋਂ ਇਹ ਪਤਾ ਲੱਗਦਾ। ਸੋ ਜੇ ਪਹਿਲਿਆਂ ਦੇ ਮੁਕਾਬਲੇ ਵੱਧ ਰਿਹਾ ਇਹਦਾ ਮਤਲਬ ਲੋਕ ਇਸ ਦੇ ਵਿੱਚ ਜ਼ਿਆਦਾ ਜਿਹੜੇ ਡਾਲਰ ਸਿੱਟ ਰਹੇ ਨੇ ਜਾਂ ਮਤਲਬ ਇਸ ਦੇ ਵਿੱਚ ਖਰਚ ਕਰ ਰਹੇ ਨੇ। ਬਿਲਕੁਲ। ਸੋ ਜਿਹੜਾ ਫਰੇਟ ਹੈਗਾ ਕਹਿੰਦੇ ਪਈ ਫਰੇਟ ਸਪੈਂਡਿੰਗ ਆ ਉਹ ਨਾਰਥ ਈਸਟ ਦੇ ਵਿੱਚ 16% ਇਨਕਰੀਜ਼ ਹੋਈ ਆ, ਮਿਡ ਵੈਸਟ ਦੇ ਵਿੱਚ 13.2%, ਸਾਊਥ ਵੈਸਟ ਦੇ ਵਿੱਚ 12.8% ਤੇ ਵੈਸਟ ਦੇ ਵਿੱਚ 11.8% ਤੇ ਸਾਊਥ ਈਸਟ ਦੇ ਵਿੱਚ 10.8% ਜਿਹੜੀ ਆ ਇਨਕਰੀਜ਼ ਹੋਈ ਹੈਗੀ ਆ। ਜੀ ਬਿਲਕੁਲ। ਸੋ ਕਾਫੀ ਜਿਹੜੇ ਸਪੈਂਡਿੰਗ ਲਗਾਤਾਰ ਇਸ ਦੇ ਵਿੱਚ ਖਰਚੇ ਜਿਹੜੇ ਵੱਧ ਰਹੇ ਆ ਕਿਉਂਕਿ ਅਜੇ ਵੀ ਇਹ ਮਾਰਕੀਟ ਤਾਂ ਬਹੁਤ ਸਟਰੋਂਗ ਚੱਲ ਰਹੀ ਹੈ ਟਰੱਕਿੰਗ ਦੀ। ਰਾਈਟ ਨਾਓ ਪ੍ਰੋਬਲਮ ਸਭ ਤੋਂ ਵੱਡੀ ਜਿਹੜੀ ਆ ਟਰੱਕਰ ਲੱਭਣ ਦੀ ਆ ਰਹੀ ਆ ਵੀ ਡਰਾਈਵਰ ਜਿਹੜੇ ਸਾਰੇ ਜਾਣੇ ਆ ਐਕਸਪੀਰੀਅੰਸਡ ਜਿਹੜੇ ਡਰਾਈਵਰ ਆ ਉਹ ਉਹਨਾਂ ਨੂੰ ਲੱਭਣੇ ਜਿਹੜੇ ਇੰਨੇ ਮੁਸ਼ਕਲ ਜਿਹੜੇ ਇਸ ਟਾਈਮ ਹੋਏ ਪਏ ਨੇ। ਤੇ ਕਿਉਂਕਿ ਹੁਣ ਆਪਾਂ ਨੂੰ ਪਤਾ ਹੈ ਵੀ ਹਰ ਇੱਕ ਨੂੰ ELD ਦੇ ਨਾਲ ਚੱਲਣਾ ਪੈਣਾ ਆ ਜਾਂ AOBRD ਦੇ ਨਾਲ ਚੱਲਣਾ ਪੈਣਾ ਹੈ। ਸੋ ਸਾਰਾ ਕੁਛ ਜਿਹੜਾ ਦੇਖਦੇ ਹੋਏ ਕਾਫੀ ਜਿਹੜੀ ਇਸ ਟਾਈਮ ਸ਼ਾਰਟੇਜ ਜਿਹੜੀ ਕਾਫੀ ਜ਼ਿਆਦਾ ਟਰੱਕ ਡਰਾਈਵਰਸ ਦੀ ਜਿਹੜੀ ਆ ਉਹ ਮਹਿਸੂਸ ਕਰ ਰਿਹਾ ਹੈ ਪੂਰੀ ਦੀ ਪੂਰੀ ਮਾਰਕੀਟ ਹੈ ਜੀ। ਤੇ ਰਾਜਕਨਵੀਰ ਸਿੰਘ ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਇੱਕ ਜਿਹੜੀ ਆ ਲੋਕਲ ਟਰੱਕਿੰਗ ਕੰਪਨੀ ਹੈਗੀ ਆ
ਆਈਡਾਹੋ ਫਾਲਜ਼ ਆਈਡਾਹੋ ਦੇ ਵਿੱਚ ਉਹਨਾਂ ਨੇ ਆਈਡਾਹੋ ਹਾਊਸ ਦੇ ਵਿੱਚ ਇੱਕ ਬਿੱਲ ਜਿਹੜਾ ਆ ਪਾਸ ਜਿਹੜਾ ਪੇਸ਼ ਕੀਤਾ ਹੈਗਾ ਆ ਜੀ ਵੀ ਜਿਹਦੇ ਮੁਤਾਬਕ ਕਹਿੰਦੇ ਵੀ ਜਿਹੜੀਆਂ ਬੱਸਾਂ ਆ ਤੇ ਜਿਹੜੇ ਟਰੱਕ ਹੈਗੇ ਆ ਇਹਨਾਂ ਦੀ ਜਿਹੜੀ ਸਪੀਡ ਆ ਦੂਜੀਆਂ ਵਹੀਕਲ ਦੇ ਬਰਾਬਰ ਹੀ ਰੱਖਣੀ ਚਾਹੀਦੀ ਹੈਗੀ ਆ। ਜਿਹੜੀ ਹਾਊਸ ਟਰਾਂਸਪੋਰਟੇਸ਼ਨ ਕਮੇਟੀ ਦੇ ਚੇਅਰਮੈਨ ਉੱਥੇ ਹੈਗੇ ਜੋ ਪਾਮਰ, ਉਹ ਕਹਿੰਦੇ ਆ ਵੀ ਜਿਹੜੇ ਸਲੋਅਰ ਸਪੀਡ ਲਿਮਿਟਸ ਆ ਪਲੇਸਡ ਔਨ ਟਰੱਕ ਡਰਾਈਵਰਸ ਉਹਨੂੰ ਬਿਲਕੁਲ ਚੱਕ ਦੇਣਾ ਚਾਹੀਦਾ ਹੈਗਾ ਆ। ਜੀ ਜੀ ਸੋ ਇਹ ਜਿਹੜਾ ਉੱਥੇ ਆਈਡਾਹੋ ਦੇ ਵਿੱਚ ਜਿਹੜੀ ਉਹ ਗੱਲ ਜਿਹੜੀ ਉਹ ਚੱਲ ਰਹੀ ਆ, ਕਈ ਜਗ੍ਹਾ ਦੇ ਉੱਤੇ ਜਿਹੜੇ ਵੱਧਦੀ ਘਟਦੀ ਜਿਹੜੀ ਰਹਿੰਦੀ ਹੈ ਸਪੀਡ ਲਿਮਿਟ, ਕਈ ਵਾਰੀ ਸਿਰਫ ਜਿਹੜੀਆਂ ਦੂਜੇ ਵਹੀਕਲਸ ਆ ਉਹਨਾਂ ਦੀ ਵਧਾ ਦਿੱਤੀ ਜਾਂਦੀ ਆ। ਤੇ ਉੱਦਾਂ ਕੈਲੀਫੋਰਨੀਆ ਦੇ ਵਿੱਚ ਤਾਂ 65 ਆ, ਤੇ ਜਿਹੜੇ ਵੱਡੇ ਟਰੱਕਾਂ ਦੀ ਆਪਾਂ ਨੂੰ ਪਤਾ ਹੈ ਵੀ ਕਾਫੀ ਜਗ੍ਹਾ ਦੇ ਉੱਤੇ ਉਹ 55 ਵੀ ਜਿਹੜੀ ਆ ਉਹ ਉਹਨਾਂ ਨੇ ਘਟਾ ਕੇ ਜਿਹੜੀ ਕਈ ਜਗ੍ਹਾ ਦੇ ਉੱਤੇ ਰੱਖੀ ਹੋਈ ਆ। ਇੱਕ ਹਰਜੋਤ ਸਿੰਘ ਜੀ, ਮੈਂ ਖਬਰ ਪੜ੍ਹ ਰਿਹਾ ਸੀ, ਜਿੱਦਾਂ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਆ ਆਟੋਨਮਸ ਜਿਹੜੀ ਟੈਕਨੋਲੋਜੀ ਆ ਜਿਹੜੀ ਟਰੱਕਿੰਗ ਦੇ ਵਿੱਚ ਆ ਰਹੀ ਆ, ਉਸ ਨੂੰ ਲੈ ਕੇ ਹਰ ਇੱਕ ਜਾਣਾ ਜਿਹੜਾ ਕਹਿੰਦਾ ਹੈ ਵੀ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਇੰਪੈਕਟ ਜਿਹੜਾ ਆ ਉਹ ਪੈਣਾ ਆ। ਬਹੁਤ ਸਾਰੇ ਜਿਹੜੇ ਕਈ ਲੋਕ ਆ ਉਹ ਕਹਿੰਦੇ ਆ ਵੀ ਨਹੀਂ, ਟੈਕਨੋਲੋਜੀ ਏਡੀ ਜਲਦੀ ਲੋਕਾਂ ਦੀ ਜਿਹੜੀ ਆ ਉਹ ਜਗ੍ਹਾ ਨਹੀਂ ਲੈ ਸਕਦੀ। ਕਿਸੇ ਹੱਦ ਤੱਕ ਮੰਨਣ ਨੂੰ ਇਸ ਗੱਲ ਨੂੰ ਜੀ ਵੀ ਕਰਦਾ ਆ। ਪਰ ਐਮਾਜ਼ੋਨ ਦਾ ਆਪਾਂ ਦੇਖਿਆ ਵੀ ਹੁਣ ਕੈਸ਼ੀਅਰਲੈਸ ਜਿਹੜਾ ਸਟੋਰ ਆਲਰੇਡੀ ਜਿਹੜਾ ਉਹ ਆ ਗਿਆ। ਹਰ ਇੱਕ ਨੇ ਕਹਿਣਾ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ, ਅਸੀਂ ਵੀ ਮੰਨਦੇ ਤੁਲਨਾ ਨਹੀਂ ਕੀਤੀ ਜਾ ਸਕਦੀ, ਪਰ ਗੱਲ ਤੁਲਨਾ ਅਸੀਂ ਇਸ ਲਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਟੈਕਨੋਲੋਜੀ ਜਿੰਨੀ ਤੇਜ਼ੀ ਦੇ ਨਾਲ ਤੇ ਜਿੱਦਾਂ ਜਿਹੜੇ ਜਿੰਨੀਆਂ ਵੱਡੀਆਂ ਕੰਪਨੀਆਂ ਉਹ ਇਸ ਪਾਸੇ ਨੂੰ ਇਨਵੈਸਟਮੈਂਟ ਕਰ ਰਹੀਆਂ ਆ, ਉਹ ਤਾਂ ਹੀ ਇਨਵੈਸਟਮੈਂਟ ਕਰ ਰਹੀਆਂ, ਉਹਨਾਂ ਨੂੰ ਕੁਛ ਨਾ ਕੁਛ ਫਿਊਚਰ ਨਜ਼ਰ ਆ ਰਿਹਾ ਹੈ। ਕਿਉਂਕਿ ਅਗਲਿਆਂ ਨੇ ਜਿਹੜੀਆਂ ਮਿਸਟੇਕ ਘਟਾ ਦੇਣੀਆਂ, ਮਸ਼ੀਨ ਜਿਹੜੀਆਂ ਗਲਤੀਆਂ ਕਹਿੰਦੇ ਆ ਵੀ ਘੱਟ ਕਰਦੀ ਆ ਤੇ ਬੰਦੇ ਦੇ ਮੁਕਾਬਲੇ ਉਹ ਜਿਹੜਾ ਆ ਵੀ ਜੋ ਬੰਦੇ ਨੇ ਫੀਲ ਦੇ ਨਾਲ ਜਿਹੜੀ ਉਹ ਚਲਾਉਣੀ ਚੀਜ਼, ਉਹ ਆਟੋਨਮਸ ਜਿਹੜੀ ਉਹ ਚੀਜ਼ ਨਹੀਂ ਹੋ ਸਕਦੀ। ਔਰ ਇਰਦ ਗਿਰਦ ਜਿਹੜੀ ਦੇਖ ਕੇ ਆਪਣੀਆਂ ਸੈਂਸਿਸ ਨੂੰ ਜਿਹੜਾ ਵਰਤਦੇ ਹੋਏ, ਪਰ ਕਿਤੇ ਨਾ ਕਿਤੇ ਜਿਹੜਾ ਇਸ ਦਾ ਪ੍ਰਭਾਵ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੈਣਾ ਜ਼ਰੂਰ ਆ। ਪਰ ਕੁਝ ਦਿਨ ਪਹਿਲਾਂ ਹੀ ਜਿਹੜੇ ਮਿਸ਼ੀਗਨ ਦੇ ਗਵਰਨਰ ਰਿਕ ਸ਼ਨਾਈਡਰ ਆ, ਉਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਜਿਹੜਾ ਆਟੋ ਸ਼ੋਅ ਹੋਇਆ ਸੀ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਆਟੋਨਮਸ ਟੈਕਨੋਲੋਜੀ ਆ ਸ਼ਾਰਟ ਟਰਮ ਦੇ ਵਿੱਚ ਜਿਹੜੀ ਆ ਟਰੱਕਿੰਗ ਜੌਬਸ ਨੂੰ ਅਜੇ ਇੰਪੈਕਟ ਨਹੀਂ ਕਰੂਗੀ, ਪਰ ਇਹਨੇ ਲੌਂਗਰ ਰਨ ਇਸ ਦਾ ਜਿਹੜਾ ਕਾਫੀ ਪ੍ਰਭਾਵ ਜਿਹੜਾ ਇਸ ਦੇ ਉੱਤੇ ਪੈ ਸਕਦਾ ਆ। ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਹਰ ਇੱਕ ਕੰਪਨੀਆਂ ਇਹੀ ਚਾਹ ਰਹੀਆਂ ਨੇ ਵੀ ਉਹਨਾਂ ਨੂੰ ਕਿੱਦਾਂ ਜਿਹੜੇ ਮੁਨਾਫੇ ਵਧਣ, ਖਰਚੇ ਉਹਨਾਂ ਦੇ ਉਹ ਘਟਣ, ਤੇ ਆਟੋਨਮਸ ਟਰੱਕਿੰਗ ਜਿਹੜੀ ਖਾਸ ਕਰਕੇ ਜਿਹੜੀ ਕਹਿ ਲਓ ਵੀ ਲੌਂਗ ਹਾਲ ਦੇ ਲਈ ਜਿਹੜੇ ਆ ਇਹ ਇਹਨਾਂ ਨੂੰ ਇੱਕ ਜਿਹੜਾ ਉਸ ਦਾ ਵਿਕਲਪ ਜਿਹੜਾ ਉਹ ਨਜ਼ਰ ਆ ਰਿਹਾ ਆ। ਸੋ ਬਿਲਕੁਲ ਪੋਲੀਟੀਸ਼ੀਅਨਾਂ ਦਾ ਬੜਾ ਜਿਹੜਾ ਯਕੀਨ ਵੀ ਨਹੀਂ ਕਰਨਾ ਚਾਹੀਦਾ ਰਾਜਕਨਵੀਰ ਸਿੰਘ ਜੀ, ਤੇ ਇਹ ਕਿਉਂਕਿ ਇਹ ਉਹਨਾਂ ਦੀ ਪੋਲੀਟੀਕਲ ਸਟੇਟਮੈਂਟ ਵੀ ਹੋ ਸਕਦੀ ਹੈ, ਕਿਉਂਕਿ ਕਈ ਸਟੇਟਾਂ ਦੇ ਵਿੱਚ ਜਿਹੜੀ ਆ ਟਰੱਕਿੰਗ ਆ ਉਹੀ ਮੇਨ ਸੋਰਸ ਆਫ ਇਨਕਮ ਹੈਗਾ ਆ। ਸੋ ਜੇ ਉਹ ਕਹਿੰਦੇ ਦੇਖਿਆ ਜਾਵੇ ਵੀ ਇੱਕ ਪਾਸੇ ਤਾਂ ਜਿਹੜੇ ਉੱਥੇ ਦੇ ਮਿਸ਼ੀਗਨ ਦੇ ਗਵਰਨਰ ਜਿਹੜੇ ਹੈਗੇ ਆ ਰਿਕ ਸ਼ਨਾਈਡਰ, ਉਹ ਕਹਿੰਦੇ ਆ ਵੀ ਨਹੀਂ ਇਹ ਟਾਈਮ ਲੱਗੇਗਾ ਟਰੱਕ ਡਰਾਈਵਰਾਂ ਦੀ ਜੌਬ ਜਾਣ ਨੂੰ, ਪਰ ਕਹਿੰਦਾ ਕਾਫੀ ਲੰਮਾ ਸਮਾਂ ਰਹਿਣਗੀਆਂ, ਪਰ ਜਿਹੜੇ ਇਵੈਂਚੁਅਲੀ ਜਿਹੜੇ ਕਹਿੰਦੇ ਕਮਰਸ਼ੀਅਲ ਡਰਾਈਵਰ ਤਾਂ ਜਿਹੜੇ ਹੋਰ ਫਰੇਟ ਵਰਕਰਸ ਹੈਗੇ ਆ ਉਹਨਾਂ ਨੂੰ ਜਿਹੜਾ ਟ੍ਰਾਂਜੀਸ਼ਨ ਕਰਨ ਦੇ ਲਈ ਹੋਰ ਜਿਹੜੇ ਫੀਲਡ ਹੈਗੇ ਆ ਟੈਕਨੋਲੋਜੀ ਐਡਵਾਂਸਮੈਂਟ ਵਾਲੇ, ਉਹਦੇ ਵਿੱਚ ਤਿਆਰੀ ਕਰ ਲੈਣੀ ਚਾਹੀਦੀ ਹੈਗੀ ਆ। ਪਰ ਇਹਦੇ ਸੰਬੰਧ ਦੇ ਵਿੱਚ ਇੱਕ ਜਿਹੜੇ ਹੈਗੇ ਆ ਯੂਜ਼ੀਨ ਮੁਲੇਰੋ, ਉਹਨਾਂ ਨੇ ਇਹ ਕਿਹਾ ਵੀ ਦੇਖੋ ਇਹ ਸਟੇਟਮੈਂਟਾਂ ਦਾ ਗਵਰਨਰ ਇਦਾਂ ਦੇਈ ਜਾਂਦਾ, ਦੂਜੇ ਪਾਸੇ ਕਹਿੰਦਾ ਵੀ ਇਹ ਇਸ ਸਾਲ ਦੇ ਐਂਡ ਤੱਕ ਸਟੇਟ ਦੇ ਵਿੱਚ 350 ਮੀਲ ਦੀ ਸਮਾਰਟ ਰੋਡਸ ਤਿਆਰ ਹੋ ਰਹੀ ਆ ਮਿਸ਼ੀਗਨ ਚ। ਸੋ ਸਮਾਰਟ ਰੋਡਸ ਕਿਹਦੇ ਲਈ ਤਿਆਰ ਹੋਣੀ ਆ? ਉਹ ਡਰਾਈਵਰਲੈਸ ਟਰੱਕਿੰਗ ਲਈ। ਇਹੀ ਨਹੀਂ ਹਰਜੋਤ ਸਿੰਘ ਦੀ, ਮਿਸ਼ੀਗਨ ਦੇ ਵਿੱਚ ਇੱਕ 500 ਏਕੜ ਦਾ ਡਰਾਈਵਰਲੈਸ ਕਾਰ ਟੈਸਟਿੰਗ ਸਾਈਟ ਜਿਹੜੀ ਐਨ ਆਰਬਰ ਯੂਨੀਵਰਸਿਟੀ ਵੀ ਬਹੁਤ ਮਸ਼ਹੂਰ ਆ ਉੱਥੇ ਦੀ, ਤੇ ਉਸ ਇਲਾਕੇ ਦੇ ਵਿੱਚ ਜਿਹੜੀ ਉਹ ਬਣਨ ਜਾ ਰਹੀ ਆ। ਤੇ ਸਭ ਨੂੰ ਯਾਦ ਦਿਵਾਦੇ ਜਾਈਏ, ਊਬਰ ਟੈਕਨੋਲੋਜੀਜ਼ ਨੇ 2016 ਦੇ ਵਿੱਚ ਬਡਵਾਈਜ਼ਰ ਬੀਅਰ ਦਾ ਇੱਕ ਲੋਡ ਹਾਲ ਕੀਤਾ ਸੀ ਕੋਲੋਰਾਡੋ ਦੇ ਇੰਟਰਸਟੇਟ 25 ਦੇ ਉੱਤੇ ਸੈਲਫ ਡਰਾਈਵਿੰਗ ਟਰੱਕ ਦੇ ਉੱਤੇ। ਸੋ ਇਹ ਟੈਕਨੋਲੋਜੀ ਦੀ ਲਗਾਤਾਰ ਟੈਸਟਿੰਗ ਜਿਹੜੀ ਆ ਉਹ ਜਾਰੀ ਆ। ਇਨਫਰਾਸਟ੍ਰਕਚਰ ਦੇਖੋ, ਸ਼ਨਾਈਡਰ ਵਾਲੇ ਜਿੱਦਾਂ ਮੈਂ ਕਿਹਾ ਵੀ ਉਹ ਕਹਿੰਦੇ ਆ ਵੀ ਸ਼ਾਰਟ ਟਰਮ ਦੇ ਵਿੱਚ ਅਜੇ ਇੰਪੈਕਟ ਨਹੀਂ ਪੈਣਾ, ਪਰ ਲੌਂਗ ਟਰਮ ਦੇ ਵਿੱਚ ਜਿਹੜੇ ਡੈਫੀਨੇਟਲੀ ਇਸ ਦੇ ਇੰਪੈਕਟ ਜਿਹੜੇ ਆ ਉਹ ਹਰ ਇੱਕ ਨੂੰ ਜਿਹੜੇ ਉਹ ਨਜ਼ਰ ਆਉਣਗੇ। ਸੋ ਆਪਣੇ ਕੰਮ ਦੇ ਵਿੱਚ ਜਿਹੜਾ ਹੁਣ ਜਿੱਦਾਂ ਕਹਿੰਦੇ ਆ ਨਾ ਵੀ ਜਿਹੜਾ ਜੈਕ ਆਫ ਆਲ ਦੀ ਬਜਾਏ ਮਾਸਟਰ ਆਫ ਵਨ ਜਿਹੜਾ ਆ
ਉਹ ਹੁਣ ਬਣਨ ਦੀ ਜਿਹੜੀ ਇੱਥੇ ਜ਼ਰੂਰਤ ਆ ਵੀ ਜਿਹੜਾ ਤੁਸੀਂ ਕੰਮ ਦੇ ਪਿੱਛੇ ਜਿਹੜਾ ਲੱਗਣਾ ਚਾਹੇ ਡਰਾਈਵਿੰਗ ਆ, ਇਹ ਨਹੀਂ ਆ ਵੀ ਡਰਾਈਵਿੰਗ ਦੀ ਜੌਬ ਟੋਟਲੀ 100% ਚਲੇ ਜਾਣੀ, ਉਹ ਨਹੀਂ ਗੱਲ ਬਣਨੀ, ਉਹ ਰਹੂਗੀ ਚਾਹੇ ਸਿਟੀ ਦੇ ਵਿੱਚ ਹੋਵੇ ਚਾਹੇ ਲੋਕਲ ਹੋਵੇ, ਉਹ ਜਿਹੜੀ ਉਹ ਕਿਤੇ ਨਾ ਕਿਤੇ ਜੌਬ ਜਿਹੜੀਆਂ ਹਾਲ ਦੀ ਘੜੀ ਤਾਂ ਰਹਿਣਗੀਆਂ, ਪਰ ਇਹ ਆ ਵੀ ਫਿਰ ਮਾਸਟਰ ਜਿਹੜਾ ਉਸਦੇ ਹਰ ਇੱਕ ਨੂੰ ਜਿਹੜਾ ਉਹ ਬਣਨਾ ਪੈਣਾ ਆ। ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀਆਂ ਐਟੋਨੋਮਸ ਟਰੱਕਿੰਗ ਕੰਪਨੀਆਂ ਹੈਗੀਆਂ ਆ ਜਾਂ ਜਿਹੜੀਆਂ ਕੰਪਨੀਆਂ ਉਸ ਫੀਲਡ ਦੇ ਵਿੱਚ ਹੈਗੀਆਂ, ਉਹ ਕਹਿੰਦੀਆਂ ਵੀ ਜਿਹੜਾ ਇਨਫਰਾਸਟ੍ਰਕਚਰ ਆ ਉਹ ਨੈਸ਼ਨਲ ਲੈਵਲ ਤੇ ਬੜਾ ਜਲਦੀ ਤੋਂ ਜਲਦੀ ਜਿਹੜਾ ਫਿਕਸ ਹੋਣਾ ਚਾਹੀਦਾ ਹੈਗਾ। ਤੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਕੀਤਾ ਸੀ ਪਿਛਲੇ ਸਾਲ ਜਨਵਰੀ 30 ਨੂੰ, ਉਹਨਾਂ ਨੇ ਕਿਹਾ ਸੀ ਵੀ $1.7 ਟ੍ਰਿਲੀਅਨ ਜਿਹੜਾ ਇਨਫਰਾਸਟ੍ਰਕਚਰ ਦਾ ਪਲਾਨ ਉਹਨਾਂ ਨੇ ਕ੍ਰੀਏਟ ਕੀਤਾ ਹੈਗਾ, ਜਿਹੜਾ ਸੜਕਾਂ ਬਣਾਉਣ ਤੇ ਜਾਂ ਹੋਰ ਲੱਗਣਾ ਹੈਗਾ। ਜੀ ਤੇ ਆਪਾਂ ਆਟੋਨੋਮਸ ਟਰੱਕਿੰਗ ਦੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਹਾਂ। ਇੱਕ ਪਾਸੇ ਤਾਂ ਜਿਹੜੀਆਂ ਗੱਲਾਂ ਇਹ ਚੱਲ ਰਹੀਆਂ ਨੇ ਵੀ ਹਰ ਇੱਕ ਪਾਸੇ ਬੱਲੇ ਬੱਲੇ ਆਟੋਨੋਮਸ ਟਰੱਕਿੰਗ ਦੀ, ਸੈਲਫ ਡਰਾਈਵਿੰਗ ਟਰੱਕਿੰਗ ਦੀ, ਉਧਰ ਜਿਹੜੀ ਇੱਕ ਟੈਸਲਾ ਨੇ ਆਪਣੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਸੈਮੀ ਟਰੱਕ ਜਿਹੜਾ ਉਹ ਪੇਸ਼ ਕੀਤਾ ਸੀਗਾ ਸਾਰੀ ਦੁਨੀਆ ਦੇ ਸਾਹਮਣੇ, ਜਿਹੜੀ ਕੈਪੇਬਿਲਿਟੀ ਹੈਗੀ ਹੈ ਸੈਲਫ ਡਰਾਈਵਿੰਗ ਦੀ। ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਰੁਆਨ ਟਰਾਂਸਪੋਰਟੇਸ਼ਨ ਉਹਨਾਂ ਨੇ ਪਹਿਲੋਂ ਆਪਣੇ 5 ਟੈਸਲਾ ਦੇ ਇਲੈਕਟ੍ਰਿਕ ਸੈਮੀ ਟਰੱਕ ਜਿਹੜੇ ਉਹ ਆਰਡਰ ਕੀਤੇ ਸੀ, ਪਰ ਉਹਨਾਂ ਨੇ ਅੱਜ ਆਪਣੇ ਉਹ ਆਰਡਰ ਜਿਹੜੇ ਉਹ ਵਾਪਸ ਲੈ ਲਏ ਨੇ। ਉਹ ਹੁਣ ਜਿਹੜੇ ਆ ਉਸ ਦੇ ਉੱਤੇ ਜਿਹੜੇ ਉਹਨਾਂ ਨੇ ਉਹ ਇਹ ਕਿਹਾ ਵੀ ਸਾਨੂੰ ਇਹਨਾਂ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਉਹਨਾਂ ਨੇ ਪਿੱਛੇ ਖਰਚਾ ਇਸ ਦੇ ਕਾਰਨ ਦੱਸਿਆ, 1,80,000 ਦਾ ਕਹਿੰਦੇ ਤਕਰੀਬਨ ਜਿਹੜਾ ਟੈਸਲਾ ਦਾ ਟਰੱਕ ਜਿਹੜਾ ਉਹ ਆਉਣਾ ਆ। ਤੇ ਪਰ ਗੱਲ ਇਹ ਹੈਗੀ ਆ ਵੀ ਜਿਹੜਾ ਦੂਜਾ ਡੀਜ਼ਲ ਵਾਲਾ ਟਰੱਕ ਆ ਉਹ ਜਿਹੜਾ ਸਿਰਫ $1,00,000 ਦਾ ਜਿਹੜਾ ਆ ਉਹ ਹੈਗਾ ਆ। ਤੇ ਪਰ ਉਹਦਾ ਟੈਸਲਾ ਵਾਲੇ ਕਹਿੰਦੇ ਆ ਵੀ ਇਸ ਨੇ 2 ਸਾਲਾਂ 'ਚ ਆਪਣੇ ਜਿਹੜੇ ਪੈਸੇ ਪੂਰੇ ਕਰ ਜਾਣੇ ਆ, ਪਰ ਲੱਗਦਾ ਨਹੀਂ ਵੀ ਇਹ ਸਿਚੁਏਸ਼ਨ ਜਿਹੜੀ ਸ਼ਾਇਦ ਉਹ ਨਾ ਬਣੇ। ਇਸ ਕਰਕੇ ਰੁਆਨ ਟਰਾਂਸਪੋਰਟੇਸ਼ਨ ਮੈਨੇਜਮੈਂਟ ਸਿਸਟਮ ਵਾਲਿਆਂ ਨੇ ਆਪਣਾ ਰਿਵਰਸ ਕਰ ਲਿਆ ਉਹ ਡਿਸੀਜਨ। ਜੀ ਕੁਛ ਦਿਨ ਪਹਿਲਾਂ ਜਿਹੜਾ ਆ ਟੈਸਲਾ ਦਾ ਟਰੱਕ ਹੈਗਾ ਆ ਉਹ ਫਾਈਂਡ ਕੀਤਾ ਗਿਆ ਕੈਲੀਫੋਰਨੀਆ ਦੀਆਂ ਸੜਕਾਂ ਦੇ ਉੱਤੇ। ਲੋਕਾਂ ਨੇ ਆਮ ਦੇਖਿਆ ਵੀ ਜਿਹੜਾ ਡਰਾਈਵਰਲੈਸ ਟਰੱਕ ਆ ਉਹ ਚੱਲ ਰਿਹਾ ਸੀ, ਇਲੈਕਟ੍ਰਿਕ ਜਿਹੜਾ ਟਰੱਕ। ਸੋ ਜੇ ਦੱਸਦੇ ਜਾਈਏ ਜਿਹੜਾ ਟੈਸਲਾ ਦਾ ਟਰੱਕ ਹੈਗਾ ਆ ਉਹ 300 ਮੀਲ ਤੱਕ ਜਿਹੜਾ ਜਾ ਸਕਦਾ ਹੈਗਾ ਆ, ਤੇ ਇਹਦੀ ਜਿਹੜੀ ਵਿਦ ਲਾਰਜਰ ਜਿਹੜੀ ਬੈਟਰੀ ਹੈਗੀ ਆ ਉਹਦੇ ਨਾਲ ਇਹ 500 ਮੀਲ ਤੱਕ ਜਾ ਸਕਦਾ ਹੈਗਾ ਆ। ਜੀ ਸੋ ਕਹਿੰਦੇ ਇਹਦੇ ਨਾਲ ਜਿਹੜੀ ਆ ਤੇ ਉਹਦੀ ਇੰਨੀ ਪਾਵਰ ਆ, ਕਹਿੰਦੇ ਪਈ ਇਹ 0 to 60 ਮਾਈਲਸ ਤੱਕ ਜਿੱਦਾਂ 5 ਸੈਕਿੰਡ 'ਚ ਜਾ ਸਕਦਾ ਹੈਗਾ। ਕਾਫੀ ਜਿਹੜੀ ਉਹਦੀ ਪਿਕਅਪ ਜਿਹੜੀ ਕਾਫੀ ਸਟਰੋਂਗ ਜਿਹੜੀ ਹੈਗੀ ਹੈ। ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕਿਸ ਤਰੀਕੇ ਦਾ ਕਹਿ ਲਓ ਵੀ ਹਲਚਲ ਜਿਹੜੀ ਲਿਆਊਗਾ। ਬਹੁਤ ਸਾਰੇ ਆਪਣੇ ਟਰੱਕਰਸ ਵੀ ਇਸ ਨੂੰ ਜਿਹੜਾ ਚਲਾਉਣਾ ਪਸੰਦ ਕਰਨਗੇ, ਕਿਉਂਕਿ ਇੱਕ ਤਾਂ ਸੋਹਣਾ ਦਿਖਦਾ ਹੈ, ਇਹ ਵੀ ਜਿਹੜਾ ਕਿਤੇ ਨਾ ਕਿਤੇ ਕਾਰਨ ਹੈਗਾ ਆ। ਤੇ ਬਾਕੀ ਜਿਹੜੇ ਟਰੱਕਰਸ ਆ ਉਹ ਇਸ ਦੇ ਬਾਰੇ ਥੋੜਾ ਜ਼ਿਆਦਾ ਜਿਹੜਾ ਉਹ ਜਾਣਦੇ ਹੋਣਗੇ ਵੀ ਕੀ ਇਸ ਦੇ ਫਾਇਦੇ ਹੋਣਗੇ, ਕੀ ਇਸ ਦੇ ਜਿਹੜੇ ਆ ਉਹ ਨੁਕਸਾਨ ਸੋਚਦੇ ਹੋਣਗੇ। ਬਾਕੀ ਆਟੋਨੋਮਸ ਟਰੱਕਿੰਗ ਦੀ ਆਪਾਂ ਹਮੇਸ਼ਾ ਜਦੋਂ ਗੱਲ ਕਰਦੇ ਹਾਂ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਅੰਡਰਲਾਈਨ ਹਰ ਇੱਕ ਨੂੰ ਜਿਹੜੀ ਸਮਝ ਲੈਣੀ ਚਾਹੀਦੀ ਆ, ਇਹ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਇਸ ਦੇ ਵਿੱਚ ਲੱਗੀਆਂ ਉਹ ਡਾਟਾ ਕਲੈਕਟ ਕਰ ਰਹੀਆਂ ਨੇ ਜਦੋਂ ਤਾਂ ਜੋ ਰਾਈਟ ਨਾਓ ਜਿਹੜੀ ELD ਵੀ ਲੱਗੀ ਹੋਈ ਆ, AOBRD ਵੀ ਜਿਹੜੀਆਂ ਚੱਲ ਰਹੀਆਂ ਨੇ, ਇਸ ਦੇ ਨਾਲ ਤੁਹਾਡੀ ਇਕੱਲੇ ਜਗ੍ਹਾ ਦੇ ਉੱਤੇ ਕਿੰਨੀ ਸਪੀਡ ਆ, ਕਿੱਦਾਂ ਤੁਸੀਂ ਚਲਾ ਰਹੇ ਹੋ, ਕਿੱਥੇ ਬ੍ਰੇਕਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ, ਕਿੱਥੇ ਨਹੀਂ ਜ਼ਰੂਰਤ ਹੁੰਦੀ, ਕੀ ਜਿਹੜੀ ਮਾਈਲੇਜ ਜਿਹੜੇ ਟਰੱਕ ਦੇ ਰਹੇ, ਸਭ ਡਾਟਾ ਮਾਈਨਿੰਗ ਜਿਹੜੀ ਬਾਅਦ ਦੇ ਵਿੱਚ ਉਹ ਯੂਜ਼ ਹੋਣੀ ਹੈ ਆਟੋਨੋਮਸ ਟਰੱਕਿੰਗ ਦੇ ਲਈ। ਇਹ ਹਰ ਇੱਕ ਨੂੰ ਜਿਹੜਾ ਉਹ ਸਮਝਣਾ ਚਾਹੀਦਾ ਆ। ਤਾਂ ਹੀ ਉਦੋਂ ਆਪਾਂ ਪਹਿਲਾਂ ਵੀ ਸਾਰੇ ਜਾਣੇ ਰੌਲਾ ਪਾਉਂਦੇ ਸੀਗੇ ਵੀ ਚਲੋ ਹੁਣ ਕਾਨੂੰਨ ਹੈਗਾ, ਕਾਨੂੰਨ ਦੀ ਪਾਲਣਾ ਤਾਂ ਸਾਰਿਆਂ ਨੂੰ ਕਰਨੀ ਹੋਈ ਪੈਣੀ, ਉਸ ਦੇ ਵਿੱਚ ਤਾਂ ਕੋਈ ਹੋਰ ਦੋ ਰਾਵਾਂ ਨਹੀਂ ਹੈਗੀਆਂ, ਉਹ ਕਰਨੀ ਵੀ ਚਾਹੀਦੀ ਹੈ ਤੇ ਜ਼ਰੂਰੀ ਵੀ ਆ। ਤੇ ਪਰ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਾਟਾ ਦਾ ਜਿਹੜਾ ਫਾਇਦਾ ਜਿਹੜਾ ਜ਼ਰੂਰ ਜਿਹੜੀਆਂ ਆਟੋਨੋਮਸ ਟਰੱਕਿੰਗ ਵੱਲ ਨੂੰ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੇ ਚੱਕਣਾ ਹੀ ਚੱਕਣਾ ਹੈ ਇਸ ਦਾ। ਜੇ ਅਗਲੀ ਖਬਰਾਂ ਲਾਈਏ, ਰਾਜਕਰਮਵੀਰ ਸਿੰਘ ਜੀ ਕਹਿੰਦੇ ਜਿਹੜੇ ਟੈਸਲਾ ਆ, ਚਾਹੇ ਜਿਹੜਾ ਟੈਸਲਾ ਜਾਂ ਡਰਾਈਵਰਲੈਸ ਟਰੱਕਿੰਗ ਜਿਹੜੀ ਆ ਉਹ ਸਿਲੀਕਨ ਵੈਲੀ ਦੇ ਵਿੱਚੋਂ ਇਵੋਲਵ ਹੋ ਰਹੀ ਹੈਗੀ ਆ। ਐਮਬਾਰਕ ਉਹਦੇ ਨਾਲ ਜਿਹੜੀ ਕੋਲੈਬੋਰੇਸ਼ਨ ਕਰ ਰਹੀ ਹੈਗੀ ਆ, ਪਰ ਕਹਿੰਦੇ ਜਿਹੜੀ ਡਰਾਈਵਰਲੈਸ ਟਰੱਕਿੰਗ ਟੈਕਨੋਲੋਜੀ ਆ, ਈਵਨ ਦੋ ਉਹ ਚਾਹੇ ਸਿਲੀਕਨ ਵੈਲੀ 'ਚੋਂ ਇਵੋਲਵ ਹੋ ਰਹੀ ਆ, ਪਰ ਉਹ ਬਹੁਤ ਜਲਦੀ ਤੁਸੀਂ ਜਿਹੜੇ ਫਰੀਵੇ ਤੇ ਹਾਈਵੇਜ਼ ਆਫ ਮਿਡਲ ਅਮਰੀਕਾ ਉੱਥੇ ਉਹਨਾਂ ਨੂੰ ਦੇਖੋਗੇ। ਜੀ ਬਿਲਕੁਲ। ਸੋ ਜਿੱਦਾਂ ਇਹੀ ਗੱਲ ਆਪਾਂ ਕਰ ਰਹੇ ਹਾਂ ਵੀ ਇਹਨਾਂ ਨੇ ਤੇਜ਼ੀ ਦੇ ਨਾਲ ਜਿਹੜਾ ਕੰਮ ਆਪਣਾ ਜਿਹੜਾ ਆ ਉਹ ਵਧਾਉਣਾ ਹੈਗਾ ਆ। ਸੋ ਬਿਲਕੁਲ ਜਿਹੜਾ ਟੈਸਲਾ ਦੇ ਜਿਹੜੀ ਕੰਪਨੀ ਹੈਗੀ ਆ, ਇਹਦਾ ਇਲੈਕਟ੍ਰਿਕ ਟਰੱਕ ਨਵੰਬਰ ਦੇ ਵਿੱਚ ਆਇਆ ਸੀ ਜਦੋਂ ਕੰਪਨੀ ਨੇ ਨੈਕਸਟ ਜਨਰੇਸ਼ਨ ਆਟੋ ਪਾਇਲਟ ਸਿਸਟਮ ਜਿਹੜਾ ਉਹ ਸ਼ੁਰੂ ਕੀਤਾ ਹੈਗਾ, ਫੁੱਲੀ ਡਰਾਈਵਰਲੈਸ ਟਰੱਕ।
ਤੇ ਹੁਣ ਜਿਹੜੀ ਐਮਬਾਰਕ ਹੈਗੀ ਇੱਕ ਸਿਲੀਕਨ ਵੈਲੀ ਸਟਾਰਟਅਪ ਆ, ਉਸ ਨੇ ਵੀ ਪਾਰਟਨਰਸ਼ਿਪ ਕੀਤੀ ਹੈਗੀ ਰਾਈਡਰ ਤੇ ਇਲੈਕਟ੍ਰੋਲਕਸ ਕੰਪਨੀ ਦੇ ਨਾਲ ਫॉर ਡਰਾਈਵਰਲੈਸ ਟਰੱਕਿੰਗ। ਜੀ ਸੋ ਮਤਲਬ ਡਰਾਈਵਰਲੈਸ ਟੈਕਨੋਲੋਜੀ ਦੇ ਉੱਤੇ ਲਗਾਤਾਰ ਕੰਮ ਜਿਹੜਾ ਉਹ ਚੱਲ ਰਿਹਾ। ਤੇ ਹਰਜੋਤ ਸਿੰਘ ਜੀ ਕਹਿੰਦੇ ਵੀ ਇਹ ਜਿਹੜਾ ਟਰੱਕਿੰਗ ਟੈਕਨੋਲੋਜੀ ਦੇ ਵਿੱਚ ਨਵੇਂ ਤੋਂ ਨਵੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ, ਉਹਦੇ ਨਾਲ ਇੱਕ ਹੋਰ ਕ੍ਰਾਂਤੀ ਆ ਰਹੀ ਆ। ਉਹ ਨਵੇਂ ਤਰੀਕੇ ਦੇ ਜਿਹੜੇ ਬ੍ਰੋਕਰ ਆ ਉਹ ਇੱਕ ਸਾਹਮਣੇ ਆ ਰਹੇ ਨੇ, ਜਿਹੜੇ ਆਨਲਾਈਨ ਬ੍ਰੋਕਰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ, ਜਾਂ ਆਪਣੇ ਐਪ ਵਾਲੇ ਜਿਹੜੇ ਬ੍ਰੋਕਰ ਆ ਉਹ ਚੀਜ਼ਾਂ ਜਿਹੜੀਆਂ ਉਸ ਦੇ ਨਾਲ ਆ ਰਹੀਆਂ ਆ। ਬਿਲਕੁਲ 12,000 ਦੇ ਕਰੀਬ ਜਿਹੜੇ ਬ੍ਰੋਕਰਸ ਆ ਉਹ USA ਦੇ ਵਿੱਚ ਜਿਹੜੇ ਟਰੱਕਿੰਗ ਦੇ ਹੈਗੇ ਆ, ਜਿਹੜੇ ਪਿਛਲੇ 50 ਸਾਲਾਂ ਤੋਂ ਜਿਹੜਾ ਕਹਿੰਦੇ ਕੰਮ ਕਰ ਰਹੇ ਆ ਤੇ ਲੋਡਸ ਵਗੈਰਾ ਦਿੰਦੇ ਹੈਗੇ। ਹਮੇਸ਼ਾ ਹੀ ਤੁਹਾਨੂੰ ਪਤਾ ਵੀ ਲੜਾਈ ਹੁੰਦੀ ਆ, ਮਿਲ ਗਿਆ ਨਹੀਂ ਮਿਲਿਆ, ਫੋਨ ਤੇ ਫੈਕਸ ਤੇ ਤਾਂ ਈਮੇਲ। ਪਰ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਨਵੀਂ ਟੈਕਨੋਲੋਜੀ, ਨਵੇਂ ਸੌਫਟਵੇਅਰ ਪ੍ਰੋਗਰਾਮ ਤੇ ਇੱਕ ਹੱਬ ਬਣ ਜਾ ਰਿਹਾ। ਬਿਲਕੁਲ ਉਬਰ ਵਾਲਿਆਂ ਨੇ ਆਲਰੇਡੀ ਜਿਹੜਾ ਇਸ ਦਾ ਆਪਣੇ ਐਪ ਦੇ ਜ਼ਰੀਏ ਕੰਮ ਸ਼ੁਰੂ ਕੀਤਾ। ਹੋਰ ਵੀ ਕਈ ਐਪਸ ਜਿਹੜੀਆਂ ਮਾਰਕੀਟ ਦੇ ਵਿੱਚ ਇਸ ਦੇ ਵਿੱਚ ਹੈਗੀਆਂ ਆ। ਅੱਗੇ ਆਲਰੇਡੀ ਕਾਲ ਕਰਕੇ, ਫੈਕਸ ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ ਜਿਹੜੇ ਆ ਇਹ ਬ੍ਰੋਕਰਸ ਦੇ ਨਾਲ ਗੱਲਬਾਤ ਹੁੰਦੀ ਸੀਗੀ। ਸੋ ਬੇਸਿਕਲੀ ਮਿਡਲ ਮੈਨ ਜਿਹੜਾ ਵਿੱਚੋਂ ਆਈ ਥਿੰਕ ਘਟਾਉਣਾ ਚਾਹੁੰਦੇ ਆ। ਤੇ ਜਿਹੜੀਆਂ ਕੰਪਨੀਆਂ ਵੀ ਆ ਉਹ ਆਈ ਥਿੰਕ ਇਹ ਹੁਣ ਮਹਿਸੂਸ ਕਰਦੀਆਂ ਆ ਵੀ ਜੇ ਆਪਾਂ ਇਹ ਐਪਸ ਵਗੈਰਾ ਯੂਜ਼ ਕਰਾਂਗੇ ਜਾਂ ਆਨਲਾਈਨ ਲੋਡਸ ਜਿਹੜੇ ਆਪਾਂ ਉਹ ਯੂਜ਼ ਕਰਾਂਗੇ ਜਾਂ ਉੱਥੇ ਪਾ ਕੇ ਜਿਹੜਾ ਉਹ ਖੁਦ ਜਿਹੜਾ ਆਪਾਂ ਉਹ ਕਰਾਂਗੇ, ਤਾਂ ਉਸ ਦੇ ਨਾਲ ਸ਼ਾਇਦ ਉਹਨਾਂ ਨੂੰ ਜਿਹੜਾ ਮਿਡਲਮੈਨ ਨਹੀਂ ਹੋਣ ਕਰਕੇ ਜਿਹੜਾ ਮੁਨਾਫਾ ਹੋਊਗਾ, ਉਹਨਾਂ ਨੂੰ ਜ਼ਿਆਦਾ ਜਿਹੜੇ ਡਾਲਰ ਆ ਇੱਕ ਲੋਡ ਦੇ ਜਿਹੜੇ ਉਹ ਸ਼ੈਲ ਆਊਟ ਨਹੀਂ ਕਰਨੇ ਪੈਣਗੇ। ਜੇ ਵੈਸੇ ਇਦਾਂ ਹੁੰਦਾ ਆ ਤਾਂ ਜਿਹੜਾ ਡਰਾਈਵਰ ਨੂੰ ਵੀ ਉਸ ਦੇ ਵਿੱਚ ਫਾਇਦਾ ਜਿਹੜਾ ਜ਼ਰੂਰ ਹੋਵੇਗਾ, ਸ਼ਿਪਰ ਨੂੰ ਵੀ ਕਿਉਂਕਿ ਦੱਸਿਆ ਜਾਂਦਾ ਹੈ ਮਾਰਕੀਟ ਦੇ ਵਿੱਚ ਵੀ ਕਹਿੰਦੇ 30 ਤੋਂ ਲੈ ਕੇ 50% ਤੱਕ ਕਈ ਲੋਡਸ ਦੇ ਵਿੱਚ ਜਿਹੜਾ ਮਾਰਜਨ ਬ੍ਰੋਕਰ ਕਈ ਜਿਹੜੇ ਆ ਉਹ ਰੱਖ ਜਾਂਦੇ। ਇਹ ਮਾਰਕੀਟ ਦੇ ਵਿੱਚ ਜਿਹੜੀਆਂ ਆਰਟੀਕਲਸ ਛਪਦੇ ਆ ਜਾਂ ਆਮ ਕਿਸੇ ਡਰਾਈਵਰ ਦੇ ਨਾਲ ਗੱਲ ਕਰ ਲਓ ਤਾਂ ਉਹਨਾਂ ਦੀ ਇਹੀ ਜਿਹੜੀ ਕਿਤੇ ਨਾ ਕਿਤੇ ਇੱਕ ਜਿਹੜੀ ਨਾਲ ਸ਼ਿਕਾਇਤ ਹੁੰਦੀ ਆ। ਪਰ ਇਹ ਇੱਕ ਹਿਊਮਨ ਟੱਚ ਹੋਣਾ ਉਹ ਵੀ ਜਿਹੜੇ ਕਈ ਜਣੇ ਲਾਈਕ ਕਰਦੇ ਵੀ ਯਾਰ। ਪਰ ਕਈ ਵਾਰੀ ਤਾਂ ਹੁਣ ਦੇਖੋ ਵੀ ਰਾਜਕਰਮਵੀਰ ਸਿੰਘ ਜੀ, ਇੱਕ ਟਾਈਮ ਦੇ ਉੱਤੇ ਕੀ ਹੁੰਦਾ ਸੀ USA ਦੇ ਵਿੱਚ ਵੀ, ਜਦੋਂ ਆਪਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਬਾਈ ਏਅਰ ਜਾਣਾ ਹੁੰਦਾ ਸੀ, ਹਮੇਸ਼ਾ ਹੀ ਅਸੀਂ ਲੋਕਲ ਟਰੈਵਲ ਏਜੰਸੀ ਤੋਂ ਟਿਕਟਾਂ ਲੈਂਦੇ ਹੁੰਦੇ ਸੀ। ਹੁਣ ਦੱਸੋ ਵੀ ਅਮਰੀਕਾ ਦੇ ਵਿੱਚ, ਮੈਂ 8-10 ਸਾਲਾਂ ਦੀ ਗੱਲ ਕਰਦਾ, ਵੀ ਕੌਣ ਬੰਦਾ ਜਿਹੜਾ ਹੁਣ ਕਿਸੇ ਟਰੈਵਲ ਏਜੰਟ ਤੋਂ ਟਿਕਟ ਲੈਂਦਾ, ਸਾਰਾ ਕੁਝ ਆਨਲਾਈਨ, ਜਿਹਨੂੰ ਵਰਤਣਾ ਹੁੰਦਾ ਹੈ ਇੰਟਰਨੈਟ ਜਿਹੜਾ ਯੂਜ਼ ਕਰ ਲੈਂਦਾ। ਜੇ ਨਹੀਂ ਆਉਂਦਾ ਬੱਚਿਆਂ ਨੂੰ ਆਉਂਦਾ। ਸੋ ਹੁਣ ਇੱਥੇ ਕੀ ਕਹਿੰਦੇ ਆ ਵੀ ਜਿਹੜੇ ਆਨਲਾਈਨ ਫਰੇਟ ਮਾਰਕੀਟ ਪਲੇਸ ਆ, ਇਹ ਰਿਪਲੇਸ ਕਰ ਦੇਗੀ ਬ੍ਰੋਕਰਸ ਨੂੰ, ਹਨਾ, ਤੇ ਸਰਵ ਕਰੂਗੀ ਐਜ਼ ਏ ਸੈਂਟਰਲ ਕਲੀਅਰਿੰਗ ਹਾਊਸ ਟੂ ਸਪੀਡ ਅਪ ਸ਼ਿਪਰਸ ਤੇ ਕੈਰੀਅਰ ਟ੍ਰਾਂਜੈਕਸ਼ਨ। ਇਹਦੇ ਵਿੱਚ ਜੇ ਬੁਕਿੰਗ, ਸ਼ਿਪਿੰਗ, ਪ੍ਰਾਈਸ ਸਾਰਾ ਕੁਝ ਹੋਊਗਾ, ਰਾਈਟ। ਤੇ ਕੈਰੀਅਰ ਜਿਹੜੀ ਆ ਉਹ ਆਪਣੀ ਕੈਪੈਸਿਟੀ ਪੋਸਟ ਕਰ ਦੋਗੇ ਤੇ ਦੋਨੋਂ ਜਿਹੜੇ ਮੈਚ ਹੋਊਗੇ। ਜਿਹੜੇ ਹੁਣ ਕੀ ਆ ਵੀ ਜਿਹੜਾ ਲੋਡ ਬੋਰਡ ਸੀ ਨਾ, ਇਹ ਵੀ ਇਦਾਂ ਹੀ ਯੂਜ਼ ਕੀਤਾ ਗਿਆ ਸੀ, ਪਰ ਇਹਦੇ ਵਿੱਚ ਕਹਿੰਦੇ ਬਹੁਤ ਸਾਰੇ ਜਿਹੜੇ ਆ ਜਿਹੜੀਆਂ ਚੀਜ਼ਾਂ ਆ ਉਹ ਲੈਕ ਕਰਦੀਆਂ ਹੈਗੀਆਂ ਵੀ ਇਹਨਾਂ ਦੇ ਕੋਲ ਕੋਈ ਇਦਾਂ ਦਾ ਮੈਕੈਨਿਜ਼ਮ ਨਹੀਂ ਜਿੱਥੇ ਉਹ ਪ੍ਰਾਈਸ ਦੀ ਡਿਸਕਵਰੀ ਕਰ ਲੈਣ, ਹਨਾ। ਤੇ ਉਹ ਅਲਾਉ ਨਹੀਂ ਕਰਦੇ ਕਲੋਜ਼ਿੰਗ ਟ੍ਰਾਂਜੈਕਸ਼ਨ ਨੂੰ, ਤੇ ਨੋ ਐਕਸਕਲੂਸਿਵਿਟੀ ਹੈਗੀ ਆ ਉੱਥੇ ਲੋਡਸ ਦੀ। ਸੋ ਬਹੁਤ ਸਾਰੀਆਂ ਇਹਦੇ ਵਿੱਚ ਜਿੱਦਾਂ ਖਾਮੀਆਂ ਹੈਗੀਆਂ, ਇਸ ਕਰਕੇ ਜਿਹੜਾ ਲੋਡ ਬੋਰਡਸ ਆ ਉਹ ਕਾਮਯਾਬ ਨਹੀਂ ਹੋ ਰਿਹਾ। ਸੋ ਆਨਲਾਈਨ ਆਉਣ ਵਾਲੇ ਸਮੇਂ 'ਚ ਜਿਹੜੇ ਬ੍ਰੋਕਰ ਆ, ਇੱਕ ਜਿਹੜਾ ਬੋਰਡ ਹੋਣਾ ਉਹ ਬੜਾ ਕਾਮਯਾਬ ਹੋਊਗਾ। ਜਿਸ ਤਰ੍ਹਾਂ ਊਬਰ ਫਰੇਟ ਨੇ ਆਲਰੇਡੀ ਸ਼ੁਰੂ ਕਰਤਾ, ਕੌਨਵਾਈ ਨੇ ਆਲਰੇਡੀ ਜਿਹੜਾ ਆ ਫੋਕਸ ਕਰ ਰਿਹਾ ਉਹ ਡਰਾਈਵ ਵੇਨ ਤੇ ਰੈਫਰੀਜੀਰੇਟਰ ਫਰੇਟ ਦੇ ਉੱਤੇ। ਤੇ ਜਿਹੜੀ FR8 ਸਟਾਰ ਆ ਉਹ ਸਰਵ ਕਰ ਰਿਹਾ ਇਕਵਿਪਮੈਂਟ ਹੌਲਿੰਗ ਦੇ ਲਈ, ਲੀਗਲ ਫਲੈਟ ਬੈਡ ਤੇ ਓਵਰ ਸਾਈਜ਼ ਤੇ ਓਵਰ ਵੇਟ ਮਾਰਕੀਟ ਦੇ ਲਈ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਕਈ ਜਿਹੜੇ ਲਾਅ ਮੇਕਰਸ ਆ ਉਹ ਇਸ ਟਾਈਮ ਕੋਸ਼ਿਸ਼ ਕਰ ਰਹੇ ਨੇ ਵੀ ਜਿਹੜੇ ਟ੍ਰੇਲਰਸ ਦੇ ਥੱਲੇ ਖਾਲੀ ਥਾਂ ਹੁੰਦੀ ਆ, ਜਿਹੜੀ ਕਿ ਕਈ ਆਪਾਂ ਬੜੀ ਭਿਆਨਕ ਤਸਵੀਰਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ, ਖਬਰ ਸੁਣਨ ਨੂੰ ਮਿਲਦੀ ਆ ਵੀ ਕੋਈ ਗੱਡੀ ਜਿਹੜੀ ਆ ਉਸ ਦੇ ਥੱਲੇ ਜਿਹੜੀ ਆ ਜਾ ਵੱਜੀ, ਚਾਹੇ ਕਿਸੇ ਦਾ ਵੀ ਉਸ ਦੇ ਵਿੱਚ ਕਸੂਰ ਹੋਵੇ, ਤੇ ਉਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਦੱਬੇ ਜਾਂਦੇ ਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ। ਬਹੁਤ ਸਾਰੇ ਲਾਅ ਮੇਕਰ ਇਸ ਟਾਈਮ ਗੁਹਾਰ ਲਾ ਰਹੇ ਨੇ ਵੀ ਇਸ ਮਾਰਕੀਟ ਦੇ ਵਿੱਚ, ਇਸ ਇੰਡਸਟਰੀ ਦੇ ਵਿੱਚ ਇੱਕ ਇਹ ਚੇਂਜ ਲਿਆਂਦਾ ਜਾਵੇ ਵੀ ਜਿਹੜਾ ਅੰਡਰ ਰਾਈਡ ਜਿਹੜੇ ਕ੍ਰੈਸ਼ਿਸ ਜਿਹੜੇ ਆ ਉਸ ਨੂੰ ਰੋਕਣ ਦੇ ਲਈ ਕੁਛ ਨਾ ਕੁਛ ਗਾਰਡਸ ਜਿਹੜੇ ਆ ਉਹ ਥੱਲੇ ਜਿਹੜੇ ਲਾਏ ਜਾਣ, ਤਾਂ ਜੋ ਰੱਬ ਨਾ ਕਰੇ ਕਿਸੇ ਦੀ ਕੋਈ ਗੱਡੀ ਜਿਹੜੀ ਉਸ ਟ੍ਰੇਲਰ ਦੇ ਥੱਲੇ ਵੱਲ ਨੂੰ ਜਾਂਦੀ ਵੀ ਆ ਤਾਂ ਉਹ ਗਾਰਡਸ ਦੇ ਨਾਲ ਟਕਰਾ ਕੇ ਉਹ ਥੱਲੇ ਜਿਹੜੀ ਆ ਬਿਲਕੁਲ ਨਾ ਧੱਸ ਜਾਵੇ, ਉਸ ਦੇ ਵਿੱਚ ਅੰਡਰ ਜਿਹੜੇ ਰਾਈਡ ਜਿਹੜੇ ਕ੍ਰੈਸ਼ ਜਿਹੜਾ ਉਹ ਨਾ ਹੋਵੇ, ਵੱਜ ਕੇ ਜਿਹੜੀ ਘੱਟੋ ਘੱਟ ਬਾਹਰ ਜਿਹੜੀ ਉਹ ਰਹਿ ਜਾਵੇ, ਕੋਈ ਕੁਚਲਿਆ ਜਿਹੜਾ ਉਸ ਦੇ ਵਿੱਚ ਨਾ ਜਾਵੇ। ਦਾ ਸਟਾਪ ਅੰਡਰ ਰਾਈਡਸ ਐਕਟ ਆਫ 2017 ਕਹਿੰਦੇ ਇੰਟਰੋਡਿਊਸ ਕੀਤਾ ਗਿਆ ਸੀ। ਜਿਹੜੇ ਕ੍ਰਿਸਟੀਅਨ ਗਿਲੀਬ੍ਰੈਂਡ, ਮਾਰਕੋ ਰੂਬੀਓ, ਸਟੀਵ ਕੋਹਨ,
ਮਾਰਕ ਡੀ ਸੋਲਨੀਅਰ, ਇਹਨਾਂ ਸਾਰਿਆਂ ਨੇ ਮਿਲ ਜੁਲ ਕੇ ਜਿਹੜਾ ਇਹ ਪੇਸ਼ ਕੀਤਾ ਸੀ। ਤੇ ਹੁਣ ਇਹ ਜੇ ਲਾਭ ਬਣ ਜਾਂਦਾ ਆ ਤਾਂ ਫਿਰ ਸਾਰੇ ਹੀ ਆਈ ਥਿੰਕ ਜਿਨ੍ਹਾਂ ਦੇ ਕੋਲ ਵੀ ਕਿਉਂਕਿ ਸਾਰੇ ਜਾਣੇ ਟ੍ਰੇਲਰ ਹੌਲ ਕਰਦੇ ਆ, ਉਹਨਾਂ ਨੂੰ ਥੱਲੇ ਆਪਣੇ ਟ੍ਰੇਲਰ ਦੇ ਥੱਲੇ ਜਿਹੜੀਆਂ ਗਾਰਡਸ ਆ ਉਹ ਲਾਉਣੇ ਪੈਣਗੇ ਤਾਂ ਜੋ ਕੋਈ ਇੱਦਾਂ ਕੋਈ ਗੱਡੀ ਉਹ ਥੱਲੇ ਜਿਹੜੀ ਆ ਉਹ ਨਾ ਵੜ ਸਕੇ। ਜੀ ਬਿਲਕੁਲ। ਜੇ ਅਗਲੀ ਖਬਰ ਵੱਲ ਆਈਏ, ਰਾਜਕਰਨਵੀਰ ਸਿੰਘ ਜੀ, ਟ੍ਰੈਂਟਨ ਨਿਊ ਜਰਸੀ ਦੇ ਵਿੱਚ ਜਿਹੜੇ ਉੱਥੇ ਦੇ ਫੈਡਰਲ ਪ੍ਰੋਸੀਕਿਊਟਰ ਹੈਗੇ ਆ, ਉਹਨਾਂ ਨੇ ਇੱਕ ਨਿਊ ਜਰਸੀ ਦੀ ਟਰੱਕਿੰਗ ਕੰਪਨੀ ਦੇ ਓਨਰ ਨੂੰ 18 ਮਹੀਨੇ ਦੇ ਲਈ ਜਿਹੜਾ ਜੇਲ੍ਹ ਦੇ ਵਿੱਚ ਭੇਜਿਆ, ਤੇ ਉਹਦਾ ਮੇਨ ਕਾਰਨ ਉਹਨਾਂ ਨੇ ਟੈਕਸ ਇਵੇਜਨ ਸਕੀਮ ਦੱਸਿਆ ਹੈਗਾ। ਤੇ ਕਹਿੰਦੇ ਪਈ ਉਹ ਜਿਹੜਾ ਜਿਆਕੋਮੋ ਜਿਰਾਲਡੀਨੋ ਜਿਹੜਾ ਮੋਰਗਨਵਿਲ ਦਾ ਸੀਗਾ, ਉਸਨੇ ਪਿਛਲੇ ਸਮਰ ਦੇ ਵਿੱਚ ਗਿਲਟੀ ਫੀਲ ਕਰ ਲਿਆ ਫॉर ਟੈਕਸ ਇਵੇਜਨ ਤੇ 1 ਕਾਊਂਟ ਆਫ ਬੈਂਕਰਪਸੀ ਫਰਾਡ ਦੇ ਲਈ ਫੈਡਰਲ ਕੋਰਟ ਦੇ ਵਿੱਚ। ਤੇ $4,60,000 ਦੇ ਕਰੀਬ ਜਿਹੜਾ ਉਸਨੇ ਲਾਸ ਸ਼ੋ ਕੀਤਾ ਸੀ, ਤੇ ਜਿਹੜਾ ਉਸਨੇ ਟੈਕਸ ਜਿਹੜਾ ਆ ਪੇ ਨਹੀਂ ਕੀਤਾ, IRS ਨੂੰ ਨਹੀਂ ਪੇ ਕੀਤਾ, $7.5 ਲੱਖ ਦੇ ਕਰੀਬ, $65,000 ਹੋਰ ਲੋਕਾਂ ਨੂੰ ਨਹੀਂ ਕੀਤਾ। ਸੋ ਇਹਦੇ ਕਰਕੇ ਜਿਹੜਾ ਉਹਦੇ ਤੇ ਉਹਨੂੰ ਸਜ਼ਾ ਦਿੱਤੀ ਗਈ ਹੈਗੀ ਆ। ਜੀ ਜੀ। ਅੱਜ ਜਿਹੜੀ ਅਮਰੀਕਨ ਟਰੱਕਰ ਐਸੋਸੀਏਸ਼ਨ ਉਹਨਾਂ ਨੇ ਸਪੋਰਟ ਜਿਹੜੀ ਆ ਉਹ ਕੀਤੀ ਆ ਜਿਹੜੇ ਰਾਸ਼ਟਰਪਤੀ ਟਰੰਪ ਦੀ, ਜਿੱਦਾਂ ਆਪਾਂ ਇਸ ਤੋਂ ਪਹਿਲਾਂ ਗੱਲ ਕਰਕੇ ਹਟੇ ਆ, ਇਨਫਰਾਸਟਰਕਚਰ ਪਲਾਨ ਆ, ਬਿਲਡ ਅਮਰੀਕਾ ਇਨਫਰਾਸਟਰਕਚਰ ਫੰਡਿੰਗ ਪਲਾਨ ਆ, ਉਸ ਦੇ ਲਈ ਜਿਹੜੇ ATA ਨੇ ਆਪਣਾ ਸਪੋਰਟ ਜ਼ਾਹਰ ਕੀਤੀ ਆ। ਇਸ ਪਲਾਨ ਦੇ ਤਹਿਤ ਬਹੁਤ ਥਾਵਾਂ ਦੇ ਉੱਤੇ ਜਿਹੜੇ ਟੋਲ ਟੈਕਸ ਤੁਹਾਡੇ ਜਿਹੜੇ ਇਸ ਟਾਈਮ ਲੱਗਦੇ ਆ ਉਸ ਦੇ ਵਿੱਚ ਵਾਧਾ ਜਿਹੜਾ ਆ ਉਹ ਕੀਤਾ ਜਾ ਸਕਦਾ। ਇਹ ਰਾਸ਼ਟਰਪਤੀ ਟਰੰਪ ਦੇ ਇਸ ਇਨਫਰਾਸਟਰਕਚਰ ਫੰਡਿੰਗ ਪਲਾਨ ਦੇ ਵਿੱਚ ਗੱਲ ਹੈਗੀ ਆ। ਸੋ ਆਬਵੀਅਸ ਜੀ ਗੱਲ ਆ, ਜਿੱਦਾਂ ਹੁਣ ਕੈਲੀਫੋਰਨੀਆ ਵਾਲਿਆਂ ਨੇ ਕੱਲੀ ਗੈਸ ਦੇ ਉੱਤੇ, ਡੀਜ਼ਲ ਦੇ ਕੱਲੇ ਗੈਲਨ ਦੇ ਉੱਤੇ ਜਿਹੜਾ ਟੈਕਸ ਆ ਉਹ ਵਧਾ ਦਿੱਤਾ ਆ, ਉਹ ਵੀ ਇਹੀ ਕਹਿ ਕੇ ਵਧਾਇਆ ਉਹਨਾਂ ਨੇ ਵੀ ਇਨਫਰਾਸਟਰਕਚਰ ਦੇ ਉੱਤੇ ਆਪਾਂ ਲਾਉਣਾ ਆ, ਰੋਡਸ ਦੇ ਬੁਰੇ ਹਾਲ ਆ ਉਹਨਾਂ ਨੂੰ ਦੁਬਾਰਾ ਜਿਹੜਾ ਆਪਾਂ ਠੀਕ ਕਰਨਾ ਹੈ। ਉਸੇ ਤਰੀਕੇ ਦੇ ਨਾਲ ਹੁਣ ਫੈਡਰਲ ਲੈਵਲ ਦੇ ਉੱਤੇ ਵੀ ਇਹ ਜਿਹੜੇ ਪਲਾਨ ਦੇ ਤਹਿਤ ਸ਼ਾਇਦ ਜਿਹੜੇ ਟੋਲ ਟੈਕਸ ਉਹ ਵਧਾਏ ਜਾ ਸਕਦੇ ਆ। ਤੇ ਜਿਹੜੀ ਅਮਰੀਕਨ ਟਰੱਕਿੰਗ ਐਸੋਸੀਏਸ਼ਨਸ ਆ ਉਹਨਾਂ ਨੇ ਜਿਹੜਾ ਆਪਣਾ ਸਮਰਥਨ ਇਸ ਪਲਾਨ ਨੂੰ ਜਿਹੜਾ ਉਹ ਦਿੱਤਾ ਆ। ਉਹ ਹਮੇਸ਼ਾ ਦਿੰਦੇ ਰਹਿੰਦੇ। ਮੈਂ ਤਾਂ ਹੈਰਾਨ ਆ, ਜਦੋਂ ਕੈਲੀਫੋਰਨੀਆ ਦੇ ਵਿੱਚ ਵੀ ਰਾਜਕਰਨਵੀਰ ਸਿੰਘ ਜੀ ਜਦੋਂ ਗੈਸ ਦੇ ਉੱਤੇ ਟੈਕਸ ਲਾਣਾ ਸੀ ਤਾਂ ਵੀ ਅਮਰੀਕਨ ਟਰੱਕਰ ਐਸੋਸੀਏਸ਼ਨ ਨੇ ਸਪੋਰਟ ਕੀਤਾ, ELD ਲੱਗਣੀ ਸੀ ਤਾਂ ਵੀ ਅਮਰੀਕਨ ਟਰੱਕਰ ਐਸੋਸੀਏਸ਼ਨ ਨੇ ਸਪੋਰਟ ਕੀਤਾ। ਹੁਣ ਕਹਿੰਦੇ ਵੀ ਟੋਲ ਟੈਕਸ ਵਧਾਣਾ ਆ ਤਾਂ ਵੀ ਉਹ ਸਪੋਰਟ ਕਰ ਰਹੇ ਆ। ਬਿਲਡ ਅਮਰੀਕਾ ਫੰਡ ਜਿਹੜਾ ਟਰੰਪ ਪ੍ਰਸ਼ਾਸਨ ਦਾ ਜਿਹੜਾ ਇੱਕ ਇਹ ਏਜੰਡਾ ਹੈਗਾ ਇਨਫਰਾਸਟਰਕਚਰ ਦਾ, ਉਸ ਦੇ ਵਿੱਚ ਕਹਿੰਦੇ ਅਸੀਂ ਸੋਚ ਰਹੇ ਹਾਂ ਵੀ $340 ਬਿਲੀਅਨ ਨਵੀਂ ਰੈਵਨਿਊ ਅਸੀਂ ਜਨਰੇਟ ਕਰਾਂਗੇ ਆਉਂਦੇ 10 ਸਾਲਾਂ ਦੇ ਵਿੱਚ। ਤੇ ਇਸੇ ਨੂੰ ਜਨਰੇਟ ਕਰਨ ਦੇ ਲਈ ਜਿਹੜਾ ਆ ਉਹ ਵਧਾਉਣ ਦੀ ਜਿਹੜੀ ਗੱਲ ਆ ਉਹ ਕੀਤੀ ਗਈ ਆ, ਪ੍ਰਾਈਸ ਵਧਾਉਣ ਦੀ ਜਿਹੜੇ ਟੋਲ ਟੈਕਸਿਸ ਦੀ। ਸੋ ਦੇਖਦੇ ਹਾਂ ਜਿਹੜਾ ਕੀ ਬਣਦਾ। ਟਰੱਕਿੰਗ ਇੰਡਸਟਰੀ ਇਸ ਨੂੰ ਕਿਸ ਤਰੀਕੇ ਦੇ ਨਾਲ ਲਊਗੀ, ਕਿੱਦਾਂ ਨਹੀਂ ਲਊਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਇਸ ਦੇ ਬਾਰੇ ਵੀ ਹੋਰ ਜ਼ਿਆਦਾ ਖੁੱਲ੍ਹ ਕੇ ਜਿਹੜੇ ਵਿਚਾਰ ਇਸ ਦੇ ਬਾਰੇ ਆਪਾਂ ਜ਼ਰੂਰ ਦੱਸਾਂਗੇ ਕੀ ਜਿਹੜਾ ਹੋਊਗਾ। ਕਈ ਤਰੀਕੇ ਦੇ ਕਹਿੰਦੇ ਜਿਹੜੇ ਹਿਡਨ ਕਾਸਟ ਆ ਉਹ ਜਿਹੜੇ ਹੋ ਸਕਦੇ ਨੇ, ਕੀ ਲੋਕ ਯੂਜ਼ਰ ਫੀ ਦੇਣਾ ਪਸੰਦ ਕਰਨਗੇ ਕਿ ਟੋਲ ਦੇਣਾ ਪਸੰਦ ਕਰਨਗੇ। ਸੋ ਕਈ ਕੁਛ ਜਿਹੜਾ ਕਹਿੰਦੇ ਇਸ ਦੇ ਵਿੱਚ ਜਿਹੜਾ ਆਊਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਪਾਂ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇਵਾਂਗੇ। ਪਰ ਹਾਲ ਦੀ ਘੜੀ ਜਿਹੜੀ ਇਹ ਟਰੱਕਿੰਗ ਐਸੋਸੀਏਸ਼ਨ ਆ ਇਹ ਡੈਫੀਨੇਟਲੀ ਰਾਸ਼ਟਰਪਤੀ ਟਰੰਪ ਜੋ ਵੀ ਕਹਿੰਦੇ ਆ ਉਹਦੇ ਹੱਕ ਦੇ ਵਿੱਚ ਹੀ ਜਿਹੜੀ ਉਹ ਚੱਲਦੀ ਆ। ਸੋ ਜੇ ਆਪਣੇ ਗੁਆਂਢੀ ਮੁਲਕ ਦੇ ਵਿੱਚ ਵੀ ਟਰੱਕਿੰਗ ਇੰਡਸਟਰੀ ਵੱਲ ਦੇਖੀਏ ਰਾਜਕਰਨਵੀਰ ਸਿੰਘ ਜੀ, ਤੇ ਗੁਆਂਢੀ ਮੁਲਕ ਵਾਲੇ ਵੀ ਜਿਹੜੇ ਕਹਿੰਦੇ ਆ ਕੈਨੇਡਾ ਵਾਲੇ ਵੀ ਜਿਹੜਾ ਟਰੱਕਿੰਗ ਇੰਡਸਟਰੀ ਆ ਇਸ ਵਾਰੀ ਇੱਕ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੀ ਹੈਗੀ ਆ। ਕਹਿੰਦੇ ਵੀ ਮੇਨ ਜਿਹੜੇ ਚੈਲੰਜਸ ਟਰੱਕਿੰਗ ਇੰਡਸਟਰੀ ਦੇ ਲਈ, ਖਾਸ ਕਰਕੇ ਇੰਟਰਮੋਡਲ ਟਰੱਕਿੰਗ ਦੇ ਲਈ ਹੈਗੇ ਆ। ਕਹਿੰਦੇ ਵੀ ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਰੈਗੂਲੇਸ਼ਨ ਇਨਕਲੂਡਿੰਗ ਜਿਹੜੀ ਇਲੈਕਟ੍ਰੋਨਿਕ ਲੌਗਿੰਗ ਡਿਵਾਈਸ USA 'ਚ ਲੱਗੀ ਹੈਗੀ, ਉਹ ਕੈਨੇਡਾ 'ਚ ਅਜੇ ਲੱਗੀ ਨਹੀਂ। ਦੂਜਾ ਕਹਿੰਦੇ ਇਨਫਰਾਸਟ੍ਰਕਚਰ ਤੇ ਕੰਜੈਸ਼ਨ, ਇਨਫਰਾਸਟ੍ਰਕਚਰ ਵੀ ਸੈਟਅਪ ਕਰਨ ਵਾਲਾ ਆ। ਹਜੇ ਟੁੱਟੀਆਂ ਸੜਕਾਂ ਕਈ ਜਗ੍ਹਾ ਹੈਗੀਆਂ ਤੇ ਰਸ਼ ਵੱਧ ਰਿਹਾ ਹੈਗਾ। ਫਿਊਅਰ ਐਂਟਰੈਂਟਸ ਇਨਟੂ ਦਾ ਜੌਬ ਮਾਰਕੀਟ, ਤੇ ਕਹਿੰਦੇ ਜੌਬ ਦੇ ਵਿੱਚ ਬੜੇ ਘੱਟ ਆ ਰਹੇ ਡਰਾਈਵਰ ਅਜੇ ਵੀ। ਤੇ ਇਨਕਰੀਜ਼ ਕਾਸਟ ਆਫ ਆਪਰੇਸ਼ਨ ਵੱਧ ਰਹੀ ਆ। ਹਾਈ ਸਰਵਿਸ ਡਿਮਾਂਡ ਆ, ਖਾਸ ਕਰਕੇ ਹੈਜ਼ਰਡਸ ਰੈਫ੍ਰਿਜਰੇਸ਼ਨ ਤੇ ਅਦਰ ਸਪੈਸ਼ਲ ਕਾਰਗੋ ਦੇ ਲਈ। ਤੇ ਕਹਿੰਦੇ ਲਿਮਿਟਡ ਫ੍ਰੀ ਟਾਈਮ ਐਟ US ਐਂਡ ਕੈਨੇਡੀਅਨ ਰੇਲ ਰੈਂਪਸ। ਇਹ ਵੀ ਦੇਖੋ ਵੀ ਰੇਲ ਰੈਂਪਸ ਆ ਉੱਥੇ ਬੜਾ ਕਹਿੰਦੇ ਟਾਈਮ ਜਿਹੜਾ ਘੱਟ ਹੁੰਦਾ ਹੈਗਾ। ਸੋ ਕਾਫੀ ਜਿਹੜੀ ਉਹ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ। ਤੇ ਪਰ ਕਈ ਜਿਹੜੇ ਟਰੱਕਰਸ ਆ ਨਾ ਰਾਈਟ ਨਾਓ, ਜਿਹੜੀ ਇੱਕ ਖਬਰ ਪੜ੍ਹ ਰਿਹਾ ਸੀ, ਕਿਉਂਕਿ ਉਹਨਾਂ ਨੇ ਵੀ ਆਵਰਸ ਆਫ ਸਰਵਿਸ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਉੱਥੋਂ ਡਿਸਾਈਡ ਹੋਣਾ ਆ ਜੀ। ਆਈ ਥਿੰਕ ਨਵੀਂ ਜਿਹੜੀ ਆ ਕੁਛ ਉਹਨਾਂ ਦੀਆਂ ਵੀ ਰੈਗੂਲੇਸ਼ਨ ਆ, ਤੇ ਬਹੁਤ ਸਾਰੇ ਟਰੱਕਰ ਇਹ ਉਮੀਦ ਲਾਈ ਬੈਠੇ ਆ ਵੀ ਥੋੜੀ ਫਲੈਕਸੀਬਿਲਿਟੀ ਸ਼ਾਇਦ
ਉਹਨਾਂ ਨੂੰ ਜਿਹੜੀ ਆਵਰ ਆਫ ਸਰਵਿਸ ਦੇ ਵਿੱਚ ਜਿਹੜੀ ਉਹ ਮਿਲ ਸਕਦੀ ਆ। ਕੀ ਹੋਊਗੀ, ਕਿੱਦਾਂ ਹੋਊਗੀ, ਇਹ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਜਿੱਦਾਂ ਕੋਈ ਇਸ ਦੇ ਉੱਤੇ ਜਿਹੜਾ ਕੋਈ ਫੈਸਲਾ ਹੁੰਦਾ ਆ ਵੀ ਕੀ ਕੈਨੇਡਾ ਵਾਲੇ ਜਿਹੜੇ ਆ ਇਸ ਦੇ ਉੱਤੇ ਚੇਂਜਸ ਜਿਹੜੇ ਉਹ ਲਿਆਉਣ ਦੀ ਕੋਸ਼ਿਸ਼ ਕਰਨਗੇ। ਤੇ ਬਾਕੀ ਹਰਜੋਤ ਸਿੰਘ ਜੀ, ਜਿਹੜੀ ਆਪਾਂ ਅਗਲੀ ਖਬਰ ਦੇ ਵੱਲ ਗੱਲ ਕਰੀਏ, ਕਹਿੰਦੇ ਵੀ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਟਰੱਕਰਸ ਆ ਹੁਣ ਇਹ ਕਹਿ ਰਹੇ ਆ ਵੀ ਅਸੀਂ ਕੈਪੈਸਿਟੀ ਤੋਂ ਸਾਡੀ ਕੈਪੈਸਿਟੀ ਜਿਹੜੀ ਭਰਦੀ ਜਾ ਰਹੀ ਆ, ਸਮਾਨ ਜ਼ਿਆਦੇ ਹੁੰਦੇ ਆ ਤੇ ਰੱਖਣ ਨੂੰ ਥਾਂ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਘੱਟ ਹੁੰਦਾ ਆ, ਸਟੋਰੇਜ ਜਿਹੜੀ ਉਹ ਘੱਟ ਹੁੰਦੀ ਆ। ਸੋ ਲਗਾਤਾਰ ਕਹਿੰਦੇ ਆ ਫਰੇਟ ਵੱਧਦਾ ਜਾ ਰਿਹਾ ਆ। 76% ਜਿਹੜੇ ਫਰੇਟ ਆਪਰੇਟਰ ਆ ਉਹ ਉਮੀਦ ਕਰ ਰਹੇ ਆ ਵੀ 2018 ਦੇ ਵਿੱਚ ਉਹਨਾਂ ਦੇ ਜਿਹੜੇ ਵੋਲਿਊਮਸ ਆ ਕੰਮ ਕਰਨ ਦਾ ਜਿਹੜਾ ਉਹ ਇਨਕਰੀਜ਼ ਹੋਊਗਾ, ਜਿਸ ਤਰੀਕੇ ਦੇ ਨਾਲ ਡਿਮਾਂਡ ਜਿਹੜੀ ਉਹ ਵੱਧ ਰਹੀ ਆ। ਸੋ ਆਈ ਥਿੰਕ ਇਸ ਦੇ ਵਿੱਚ ਸ਼ਾਇਦ ਬਹੁਤ ਸਾਰੇ ਟਰੱਕਰ ਇਹ ਵੀ ਸ਼ਾਇਦ ਇੱਛਾ ਰੱਖਦੇ ਹੋਣ ਜਾਂ ਚਾਹੁੰਦੇ ਹੋਣ ਵੀ ਸਾਨੂੰ ਇੱਕ ਗੇੜੇ ਦੇ ਵਿੱਚ ਸ਼ਾਇਦ ਜ਼ਿਆਦਾ ਭਾਰ ਜਿਹੜਾ ਉਹ ਜਾਣ ਦੀ ਜਿਹੜੀ ਖੁੱਲ੍ਹ ਉਹਨਾਂ ਨੂੰ ਕਿਤੇ ਨਾ ਕਿਤੇ ਮਿਲਣੀ ਚਾਹੀਦੀ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਆਬਾਦੀ ਵੀ ਵੱਧਦੀ ਹੈ, ਕੰਜ਼ੰਪਸ਼ਨ ਹਰ ਇੱਕ ਚੀਜ਼ ਦੀ ਜਿਹੜੀ ਵੱਧਦੀ ਆ, ਜੇ ਟਰੱਕਰ ਚੱਲਣ ਵਾਲੇ ਉਹ ਉਨੇ ਕੁ ਹੋਏ, ਭਾਰ ਹਮੇਸ਼ਾ ਹੀ ਜਿਹੜਾ ਉਹਨਾਂ ਕੁ ਹੋਇਆ। ਸੋ ਇਹ ਚੀਜ਼ ਦਾ ਬੈਲੈਂਸ ਜਿਹੜਾ ਇਸ ਟਾਈਮ ਜਿਹੜੀ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਟਰੱਕਰ ਕਿਤੇ ਨਾ ਕਿਤੇ ਮੰਗ ਕਰ ਰਹੇ ਆ ਸ਼ਾਇਦ ਵੀ ਜਿਹੜਾ ਹੋਰ ਜਿਹੜਾ ਵੇਟ ਆ ਉਸ ਨੂੰ ਸ਼ਾਇਦ ਕਿਤੇ ਨਾ ਕਿਤੇ ਵਧਾਇਆ ਜਾਵੇ, ਕਿਉਂਕਿ ਇੱਕ ਤਾਂ ਗੇੜੇ ਦੇ ਵਿੱਚ ਕਹਿੰਦੇ ਸ਼ਾਇਦ ਬਚਦਾ ਵੀ ਉਹਨਾਂ ਨੂੰ ਉਸ ਦੇ ਹਿਸਾਬ ਦੇ ਨਾਲ ਜਿਹੜਾ ਘੱਟ ਆ, ਤੇ ਉਹਨਾਂ ਦੀਆਂ ਰਿਕੁਆਇਰਮੈਂਟਸ ਇੱਕ ਹਿਸਾਬ ਦੇ ਨਾਲ ਉਹ ਪੂਰੀਆਂ ਮੀਟ ਨਹੀਂ ਹੁੰਦੀਆਂ ਜਿੱਥੇ ਤੱਕ ਉਹਨਾਂ ਨੇ ਸਮਾਨ ਜਿਹੜਾ ਉਹ ਪਹੁੰਚਾਉਣਾ ਹੁੰਦਾ ਆ। ਤੇ ਖਾਸ ਕਰਕੇ ਹੁਣ ਜਦੋਂ ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਆ ਗਈ ਆ, ਜਦੋਂ ਗੇੜੇ ਕਹਿੰਦੇ ਆ ਵੀ ਘੱਟ ਜਾਂਦੇ ਆ ਇੱਕ ਜਾਣੇ ਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਜਿਹੜਾ ਆ ਮਟੀਰੀਅਲ ਪਹੁੰਚਾਉਣ ਦੇ ਲਈ, ਤੇ ਜੇ ਜ਼ਿਆਦਾ ਸਮਾਨ ਇੱਕੋ ਹੱਲੇ ਜਿਹੜਾ ਘੱਲਿਆ ਜਾ ਸਕੇ ਤਾਂ ਉਸ ਦੇ ਵਿੱਚ ਲਾਹੇਵੰਦ ਰਹੇਗਾ ਕੰਮ। ਤੇ ਸਾਡਾ ਸਮਾਂ ਵੀ ਰਾਜਕਰਮਵੀਰ ਸਿੰਘ ਜੀ ਸਮਾਪਤ ਹੋ ਗਿਆ, ਤੇ ਆਸ ਆ ਵੀ ਸਾਡੇ ਜਿੰਨੇ ਖਾਸ ਕਰਕੇ ਟਰੱਕਰ ਵੀਰ ਆ ਜਾਂ ਉਹਨਾਂ ਦੇ ਪਰਿਵਾਰ ਆ, ਉਹਨਾਂ ਦੇ ਇੰਡਸਟਰੀ ਦੇ ਨਾਲ ਕੋਈ ਵੀ ਸੰਬੰਧਿਤ ਆ, ਉਹਨਾਂ ਨੂੰ ਇਹ ਪ੍ਰੋਗਰਾਮ ਪਸੰਦ ਆਉਂਦਾ ਹੋਊਗਾ। ਤੇ ਕਿਉਂਕਿ ਸਾਨੂੰ ਤਾਂ ਸਟਿਲ ਟਰੱਕਿੰਗ ਬਾਰੇ ਕੋਈ ਨੌਲੇਜ ਨਹੀਂ ਹੈ, ਅਸੀਂ ਤੁਹਾਡੇ ਨਾਲ ਜਿੱਦਾਂ ਇਹਦਾ ਕਰਦੇ ਕੁਛ ਨਾ ਕੁਛ ਨਵਾਂ ਜਿਹੜਾ ਹਮੇਸ਼ਾ ਸਿੱਖਦੇ ਰਹਿੰਦੇ ਆ, ਪਲੱਸ ਜੋ ਨਿਊਜ਼ ਹੁੰਦੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ। ਜੇ ਕਿਤੇ ਸਾਡੇ ਤੋਂ ਗਲਤੀ ਵੀ ਹੁੰਦੀ ਆ ਜ਼ਰੂਰ ਅਪਡੇਟ ਕਰਦਿਆ ਕਰੋ, ਤੇ ਕੋਈ ਕਰੈਕਸ਼ਨ ਦੇ ਲਈ ਤੇ ਜਾਂ ਕੋਈ ਸੁਜੈਸ਼ਨ ਹੁੰਦਾ ਉਹ ਵੀ ਜ਼ਰੂਰ ਤੁਸੀਂ ਪੰਜਾਬੀ ਰੇਡੀਓ ਯੂਐਸ ਦੇ ਸਟੂਡੀਓ 'ਚ ਕਾਲ ਕਰਕੇ ਆਪਣੇ ਜਿਹੜੇ ਵਿਚਾਰ ਉਹ ਸਾਂਝੇ ਕਰਿਆ ਕਰੋ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਆ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।